ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਰਾਸ ਸਾਹਿਬ ਦੇ ਕਥਾ ਵਾਰਤਾ ਚੱਲ ਰਹੀ ਹੈ। ਸ਼ਬਦ ਹੈ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। 4 ਨੰਬਰ ਤੋਂ ਬਾਅਦ ਹੈ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸੈ ਕਾ ਜਾਣੋਈ। ਚੌਥੇ ਪਾਤਸ਼ਾਹ ਫਰਮਾਨ ਕਰਦੇ ਨੇ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ। ਆਦਿ ਪੁਰਖ ਹੁੰਦਾ ਸਭ ਤੋਂ ਪਹਿਲਾ, ਸਭ ਦਾ ਆਦਿ, ਜਿਸ ਤੋਂ ਬਾਕੀ ਸਾਰੇ ਬਾਅਦ 'ਚ ਹੋਣ, ਜਿਹੜਾ ਆਰੰਭ ਵਿੱਚ ਹੋਵੇ। ਤੂੰ ਆਦਿ ਪੁਰਖ ਹੈ, ਅਪਰੰਪਰ, ਤੂੰ ਪਰੇ ਤੋਂ ਪਰੇ ਹੈ, ਕਰਤਾ, ਤੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਹੇ ਪਰਮਾਤਮਾ, ਤੂੰ ਆਦਿ ਪੁਰਖ ਹੈ, ਅਪਰੰਪਰ, ਤੂੰ ਪਰੇ ਤੋਂ ਪਰੇ ਹੈ, ਤੂੰ ਕਰਤਾ ਹੈ, ਤੂੰ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਇੱਕ ਵਾਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ, ਉੱਥੇ ਪੀਰ ਦਸਤਗੀਰ ਸੀ। ਉਹਦੇ ਨਾਲ ਵਿਚਾਰ ਵਟਾਂਦਰਾ ਕਈ ਦਿਨ ਹੁੰਦਾ ਰਿਹਾ। ਉਹ ਗੁਰੂ ਮਹਾਰਾਜ ਦਾ ਸ਼ਰਧਾਲੂ ਹੋ ਗਿਆ। ਉਹਨੇ ਕਈ ਦਿਨ ਗੁਰੂ ਮਹਾਰਾਜ ਆਪਣੇ ਕੋਲ ਰੱਖਿਆ। ਇੱਕ ਦਿਨ ਸੰਗਤ ਵੀ ਬੈਠੀ ਹੈ ਪੀਰ ਜੀ ਦੀ, ਗੁਰੂ ਮਹਾਰਾਜ ਬੈਠੇ ਨੇ। ਪੀਰ ਜੀ ਪੁੱਛਦੇ ਨੇ ਵੀ ਹੇ ਨਾਨਕ ਜੀ, ਅੱਲਾ ਤੋਂ ਪਹਿਲਾਂ ਕੀ ਸੀ? ਵੀ ਪਰਮਾਤਮਾ ਤੋਂ ਪਹਿਲਾਂ ਕੀ ਸੀ? ਗੁਰੂ ਮਹਾਰਾਜ ਕਹਿੰਦੇ ਵੀ ਤੁਹਾਡੇ ਕੋਲ ਮੋਤੀ ਹੈਗੇ? ਹਾਂ, ਕਹਿੰਦੇ ਹੈਗੇ ਜੀ। ਕਹਿੰਦੇ 15-20 ਮੋਤੀ ਲੈ ਕੇ ਆਵੋ ਜੀ। ਉਹ ਇੱਕ ਪਲੇਟ 'ਚ ਲਾਏ। ਕਹਿੰਦੇ ਪੀਰ ਜੀ ਇਹਨਾਂ ਨੂੰ ਗਿਣੋ। ਉਹ ਕਹਿੰਦਾ 1 2 3। ਗੁਰੂ ਮਹਾਰਾਜ ਕਹਿੰਦੇ ਪੀਰ ਜੀ ਠੀਕ ਗਿਣੋ। ਉਹ ਕਹਿੰਦਾ 1 2। ਗੁਰੂ ਮਹਾਰਾਜ ਕਹਿੰਦੇ ਪੀਰ ਜੀ ਠੀਕ ਗਿਣੋ। ਫਿਰ ਉਹ ਕਹਿੰਦਾ 1। ਜਦੋਂ 1 ਕਿਹਾ, ਗੁਰੂ ਨੇ ਹੱਥ ਫੜ ਲਿਆ। ਕਹਿੰਦੇ ਪੀਰ ਜੀ ਠੀਕ ਗਿਣੋ। ਕਹਿੰਦੇ ਮੈਂ ਠੀਕ ਹੀ ਗਿਣ ਰਿਹਾ ਜੀ। ਕਹਿੰਦੇ ਤੁਸੀਂ ਤਾਂ 1 ਤੋਂ ਗਿਣਤੀ ਸ਼ੁਰੂ ਕੀਤੀ ਹੈ। 1 ਤੋਂ ਪਹਿਲਾਂ ਕੀ ਹੈ? ਕਹਿੰਦੇ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੁੰਦਾ। ਅਤੇ ਗੁਰੂ ਮਹਾਰਾਜ ਕਹਿੰਦੇ ਅੱਲਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ, ਪਰਮਾਤਮਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ। ਜੋ ਹੋਇਆ ਸਭ ਪਰਮਾਤਮਾ ਤੋਂ ਬਾਅਦ 'ਚ ਹੀ ਹੋਇਆ। ਇਸ ਲਈ ਉਹਨੂੰ ਆਦਿ ਪੁਰਖ ਕਹਿੰਦੇ। ਪਰਮਾਤਮਾ ਆਦਿ ਪੁਰਖ ਹੈ, ਇਹ ਸਭ ਤੋਂ ਪਹਿਲਾ ਹੈ। ਬਾਕੀ ਸਭ ਕੁਝ ਉਸ ਪੁਰਖ ਤੋਂ ਹੀ ਹੋਇਆ ਹੋਇਆ ਹੈ। ਤੂੰ ਆਦਿ ਪੁਰਖ ਹੈ, ਅਪਰੰਪਰ ਹੈ, ਤੂੰ ਕਰਤਾ ਹੈ, ਤੁਧ ਜੇਵੜ ਅਵਰ ਨਾ ਕੋਈ। ਜੇਵੜ ਨੇ ਤੇਰੇ ਜਿੱਡਾ ਵੱਡਾ, ਤੁਧ ਜੇਵੜ ਵੀ ਤੇਰੇ ਜਿੱਡਾ ਵੱਡਾ, ਅਵਰ ਨਾ ਕੋਈ, ਕੋਈ ਹੋਰ ਨਹੀਂ ਹੈ। ਹੇ ਪਰਮਾਤਮਾ, ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਤੂੰ ਆਦਿ ਪੁਰਖ ਹੈ, ਭਾਵ ਸਭ ਤੋਂ ਪਹਿਲਾ ਹੈ, ਅਪਰੰਪਰ ਹੈ, ਤੂੰ ਪਰੇ ਤੋਂ ਪਰੇ ਹੈ, ਕਰਤਾ ਹੈ, ਤੂੰ ਸਭ ਨੂੰ ਬਣਾਉਣ ਵਾਲਾ ਹੈ। ਤੁਧ ਜੇਵੜ ਅਵਰ ਨਾ ਕੋਈ, ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਹਰ ਇੱਕ ਯੁੱਗ 'ਚ ਇੱਕੋ ਹੀ ਰਿਹਾ। ਤੂੰ ਹਰ ਯੁੱਗ 'ਚ ਇੱਕ ਰਿਹਾ, 1 ਤੋਂ 2 ਨਹੀਂ ਹੋਏ। ਅੱਲਾ ਪਰਮਾਤਮਾ ਇੱਕੋ ਹੀ ਹੈ। ਇਸ ਲਈ ਗੁਰੂ ਮਹਾਰਾਜ ਦੇ ਅੱਗੇ ਏਕਾਲਾਤ ਹੈ। ਜਦੋਂ ਏਕ ਓਂਕਾਰ ਲਿਖਿਆ, ਆਹੀ ਮਤਲਬ ਸੀ ਕਿ ਜਿਹੜਾ ਓਂਕਾਰ ਹੈ ਉਹ ਇੱਕ ਹੈ। ਉਸ ਇੱਕ ਤੋਂ ਹੀ ਸਭ ਕੁਛ ਬਣਿਆ ਹੋਇਆ ਹੈ। ਇਸ ਲਈ ਉਹ ਹਰ ਯੁੱਗ ਦੇ ਵਿੱਚ ਇੱਕੋ ਹੀ ਹੈ। ਸਦਾ ਸਦਾ ਤੂੰ ਏਕੋ ਜੀ।
ਤੂੰ ਸਦਾ ਹੀ ਇੱਕ ਹੀ ਰਹੇ, ਹਰ ਯੁੱਗ 'ਚ ਵੀ ਇੱਕ ਹੀ ਰਹੇ ਅਤੇ ਸਦਾ ਇੱਕ ਹੀ ਰਿਹਾ ਹੈ। ਤੂੰ ਨਿਸ਼ਚਲ ਕਰਤਾ ਸੋਈ, ਨਿਸ਼ਚਲ ਹੁੰਦਾ ਸਦਾ ਰਹਿਣ ਵਾਲਾ। ਚੱਲ ਦਾ ਵਿਰੋਧੀ ਸ਼ਬਦ ਹੈ ਨਿਹ ਚਲ ਅਚਲ, ਜਿਹੜਾ ਚਲਾਏ ਮਾਨ ਨਾ ਹੋਵੇ, ਭਾਵ ਸਦਾ ਰਹਿਣ ਵਾਲਾ ਕਰਤਾ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ। ਸਾਡੇ ਕਿਹਾ ਨਹੀਂ ਹੋਣਾ ਕੁਛ, ਅਸੀਂ ਤਾਂ ਬੜਾ ਕੁਝ ਸੋਚਦੇ ਹਾਂ, ਆਹ ਕਰਾਂਗੇ ਆਹ ਕਰਾਂਗੇ, ਪਰ ਜੋ ਪਰਮਾਤਮਾ ਨੇ ਕਰਨਾ ਹੁੰਦਾ ਉਹੀ ਹੈ। ਸਾਡੇ ਸੋਚਿਆ ਕੁਛ ਨਹੀਂ ਬਣਦਾ, ਜੋ ਕਰਨਾ ਉਹਨੇ ਕਰਨਾ ਹੈ। ਇਸ ਲਈ ਜਿਨ੍ਹਾਂ ਨੂੰ ਗਿਆਨ ਹੁੰਦਾ ਹੈ ਉਹ ਸਹਿਜ ਸੁਭਾਅ ਜੀਵਨ ਜਿਉਂਦੇ ਨੇ, ਉਹ ਆਪਣਾ ਭਜਨ ਬੰਦਗੀ ਕਰਦੇ ਰਹਿੰਦੇ ਨੇ ਕਿ ਜੋ ਪਰਮਾਤਮਾ ਨੇ ਕਰਨਾ ਹੈ, ਜਦੋਂ ਕਰਨਾ ਹੈ ਉਦੋਂ ਹੀ ਕਰਨਾ। ਹੁਣ ਤੁਹਾਡੀ ਲੜਕੀ ਦੀ ਸ਼ਾਦੀ ਜਦੋਂ ਹੋਣੀ ਉਦੋਂ ਹੀ ਹੋਣੀ ਹੈ। ਕਾਲੇ ਪਈ ਜਾਓ, ਕਾਲੇ ਪੈਣ ਨਾਲ ਕੀ ਹੋ ਜਾਏਗਾ। ਹਰ ਇੱਕ ਕੰਮ ਦਾ ਸਮਾਂ ਤਾਂ ਪਹਿਲੇ ਨਿਸ਼ਚਿਤ ਹੈ, ਸਮਾਂ ਤਾਂ ਪਹਿਲਾਂ ਹੀ ਨਿਸ਼ਚਿਤ ਹੈ। ਸੋ ਸਾਡੇ ਚਿੰਤਾ ਕੀਤਿਆਂ ਕੁਛ ਨਹੀਂ ਬਣਦਾ। ਸੋ ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੈਨੂੰ ਆਪੇ ਜੋ ਭਾਉਂਦਾ ਉਹੀ ਹੁੰਦਾ ਹੈ। ਜੇ 1967 ਦੀ ਗੱਲ ਹੈ, ਮੈਨੂੰ ਜੋਤਸ਼ੀ ਕਹਿੰਦਾ 11 ਸਾਲਾਂ ਬਾਅਦ 1978 ਤੁਹਾਡੀ ਸ਼ਾਦੀ ਹੋਏਗੀ। ਮੈਂ ਕਿਹਾ ਪੰਡਤ ਜੀ ਮੈਂ ਨਹੀਂ ਕਰਾਉਣੀ, ਮੈਂ ਤਾਂ ਭਜਨ ਬੰਦਗੀ ਕਰਨੀ। ਕਦੇ ਹੋਏਗੀ? आपकी रखाएँ कहती हैं शादी होएगी और 1978 में होएगी। अभी 11 वर्ष पड़े हैं। मैं हाँ जी ये तो ठीक है। कहते 11 वर्ष में विचार बदल सकते हैं, हालात बदल सकते। मैं भी ठीक है जी, 11 साल विचार भी बदल सकते हैं, हालात भी बदल सकते हैं। वही गल हुई और जदों उन्हें कहा सी 1978 की शादी हुई। ਸੋ ਜਦੋਂ ਹੋਣਾ ਕੰਮ ਉਦੋਂ ਹੀ ਹੋਣਾ ਹੈਗਾ। ਸੋ ਸਾਡੇ ਸੋਚਿਆਂ ਸਾਡੇ ਚਿੰਤਾ ਕੀਤਿਆਂ ਨਹੀਂ ਹੋਣਾ। ਕਈਆਂ ਦੇ ਲਿਖਿਆ ਤੇ 2 ਸ਼ਾਦੀਆਂ ਹੋਣਗੀਆਂ। ਮੇਰਾ ਇੱਕ ਦੋਸਤ ਸੀ, ਉਹਨੂੰ ਜੋਸ਼ੀ ਕਹਿੰਦਾ ਤੇਰੀ 1.5 ਸ਼ਾਦੀ ਹੋਏਗੀ। ਮੈਂ ਜੀ ਇਹ ਕੀ ਮਤਲਬ? ਕਹਿੰਦਾ ਪਹਿਲਾਂ ਮੰਗਣਾ ਹੋਵੇਗਾ, ਉਹ ਟੁੱਟ ਜਾਏਗਾ, ਉਸ ਤੋਂ ਬਾਅਦ ਫਿਰ ਸ਼ਾਦੀ ਹੋਏਗੀ। ਤਾਂ ਕਹਿੰਦਾ ਅਸੀਂ ਕਿਹਾ 1.5 ਸ਼ਾਦੀ ਹੋਏਗੀ। ਮੰਗਣਾ ਹੋਏਗਾ, ਉਹੀ ਗੱਲ ਹੋਈ। ਮੰਗਣਾ ਹੋਇਆ 6 ਮਹੀਨੇ ਬਾਅਦ ਟੁੱਟ ਗਿਆ, ਫਿਰ ਸ਼ਾਦੀ ਹੋਰ ਕਿਸੇ ਲੜਕੀ ਨਾਲ ਹੋਈ। ਸੋ ਜੋ ਸਾਡੇ ਨਾਲ ਹੋਣਾ ਹੁੰਦਾ ਉਹ ਤਾਂ ਪਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੋਇਆ ਹੈ। ਅਸੀਂ ਐਵੇਂ ਫਜ਼ੂਲ ਦੀ ਚਿੰਤਾ ਕਰਦੇ ਰਹਿੰਦੇ ਹਾਂ। ਚਿੰਤਾ ਇਸ ਲਈ ਕਰਦੇ ਹਾਂ ਕਿ ਸਾਨੂੰ ਪਤਾ ਨਹੀਂ ਵੀ ਜਿਹੜਾ ਸਾਡਾ ਕੰਮ ਹੈ ਕਦੋਂ ਹੋਏਗਾ, ਇਸ ਲਈ ਚਿੰਤਾ ਕਰਦੇ ਹਾਂ। ਜੇ ਪੱਕਾ ਪਤਾ ਹੋਵੇ ਫਲਾਣੀ ਤਰੀਕ ਨੂੰ ਕੰਮ ਹੋਣਾ, ਬਸ ਫਿਰ ਆਰਾਮ ਨਾਲ ਬੈਠੇ ਰਹੋ। ਪਰ ਭਾਵੇਂ ਦੱਸ ਵੀ ਦਿਓ ਕਿਸੇ ਨੂੰ ਕਿ ਫਲਾਣੇ ਸਾਲ ਤੁਹਾਡੀ ਕੁੜੀ ਦਾ ਵਿਆਹ ਹੋਣਾ, ਫਿਰ ਵੀ ਨਹੀਂ ਮੰਨਦੇ ਜੀ। ਕੋਈ ਪਾੜ ਦੇ ਦਿਓ ਜੀ, ਕੁਛ ਕਰੋ ਜੀ। ਸਾਧੂ ਤਾਂ ਬੜਾ ਕੁਛ ਕਰ ਸਕਦੇ ਹਾਂ ਜੀ, ਉਹ ਤਾਂ ਰੇਖ 'ਚ ਮੇਖ ਮਾਰ ਸਕਦੇ ਨੇ ਜੀ। ਜਦੋਂ ਕੰਮ ਹੋਣਾ ਉਦੋਂ ਹੀ ਹੋਣਾ ਹੁੰਦਾ ਹੈ, ਅਤੇ ਜੋ ਹੋਣਾ ਉਹੀ ਹੋਣਾ ਹੈ, ਸਾਡੇ ਸੋਚਿਆ ਨਹੀਂ ਹੋਣਾ ਹੈ। ਤਾਈ ਗੁਰਬਾਣੀ ਕਹੇ ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ। ਬੰਦਾ ਸ਼ਾਮ ਨੂੰ ਸੋਚਦਾ ਮੈਂ ਪੱਛਮ ਵਾਲੇ ਪਾਸੇ ਜਾਵਾਂਗਾ, ਇੱਧਰ ਨਾਭਾ ਪੱਛਮ ਵਾਲੇ ਪਾਸੇ। ਪਰਮਾਤਮਾ ਐਸੀ ਸਵੇਰੇ ਬਿਧ ਬਣਾਉਂਦਾ ਕਿ ਸਾਨੂੰ ਪੂਰਬ ਵਾਲੇ ਪਾਸੇ ਰਾਜਪੁਰੇ ਵਾਲੇ ਪਾਸੇ ਨੂੰ ਜਾਣਾ ਪੈ ਜਾਂਦਾ ਹੈ। ਸਲਾਹ ਕੀਤੀ ਸੀ ਨਾਭੇ ਜਾਵਾਂਗੇ, ਜਾਣਾ ਪੈ ਗਿਆ ਰਾਜਪੁਰੇ ਨੂੰ। ਸੋ ਮਨੁੱਖ ਦੇ ਕਈ ਵਾਰੀ ਸਲਾਹਾਂ ਧਰੀਆਂ ਰਹਿ ਜਾਂਦੀਆਂ ਨੇ। ਕਈਆਂ ਨੇ ਬੜਾ ਸੋਚਿਆ ਹੁਣ ਅਸੀਂ 2020 ਸਨ ਚਾਹ ਕਰਾਂਗੇ, ਉਹ ਕਰਾਂਗੇ। ਆ ਕਰੋਨਾ ਨੇ ਸਾਰਾ ਕੋਈ ਉਲਟ ਪੁਲਟ ਕਰ ਦਿੱਤਾ ਹੈ। ਸਭ ਦੇ ਧਰੀਆਂ ਛਾਵਾਂ ਵਿੱਚ ਹੀ ਰਹਿ ਰੂ ਗਈਆਂ, ਸਕੀਮਾਂ ਸਭ ਰਹਿ ਰੂ ਗਈਆਂ ਨੇ। ਇਸ ਲਈ ਕੋਈ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਣਾ ਹੈ। ਤੁਧ ਆਪੇ ਭਾਵੈ ਸੋਈ ਵਰਤੈ ਜੀ। ਇਹ ਪਰਮਾਤਮਾ ਤੈਨੂੰ ਜੋ ਭਾਉਂਦਾ ਹੈ ਉਹੀ ਵਰਤਦਾ ਹੈ। ਤੂੰ ਆਪੇ ਕਰੈ ਸੋ ਹੋਈ। ਤੂੰ ਆ ਗਏ ਇਸ ਲਈ ਕਰੈ ਆਏਗਾ, ਕਰੈ ਨਹੀਂ ਆਏਗਾ। ਕਿਉਂਕਿ ਜੇ ਤੂੰ ਆ ਜੇ, ਮੈਂ ਆ ਜੇ, ਹਉ ਆ ਜੇ, ਅੱਗੇ ਜਿਹੜੀ ਕਿਰਿਆ ਹੈ ਉਹ ਨਕਰੇ ਬੋਲੀ ਜਾਂਦੀ ਹੈ।
ਇਸ ਲਈ ਕਰਹਿ ਨੂੰ ਕੀ ਪੜਾਂਗੇ? ਕਰੈ। ਤੂੰ ਆਪੇ ਕਰੈ ਸੋ ਹੋਈ। ਤੂੰ ਆਪ ਜੋ ਕਰਦਾ ਉਹੀ ਹੁੰਦਾ ਹੈ। ਤੁਧ ਆਪੇ ਸ੍ਰਿਸ਼ਟ ਸਭ ਉਪਾਏ ਜੀ। ਸ੍ਰਿਸ਼ਟ ਜਿਹੜਾ ਦੂਜਾ ਸੱਸ ਹੈ ਉਹਦੇ ਪੈਰ 'ਚ ਬਿੰਦੀ ਬੋਲਣੀ ਹੈ। ਇਹ ਹਿੰਦੀ ਦਾ ਸ਼ਬਦ ਹੈ। ਹਿੰਦੀ ਕਹਿੰਦੇ ਸ੍ਰਿਸ਼ਟੀ, ਉਰਦੂ ਦੇ ਵਿੱਚ ਜਾਂ ਫਾਰਸੀ ਕਹਿੰਦੇ ਦੁਨੀਆ, ਫਾਰਸੀ ਕਹਿੰਦੇ ਦੁਨੀਆ, ਅਤੇ ਜਿਹੜਾ ਹੈ ਹਿੰਦੀ ਕਹਿੰਦੇ ਸ੍ਰਿਸ਼ਟੀ। ਆਪਾਂ ਆਮ ਤੌਰ 'ਤੇ ਸੰਸਾਰ ਕਹਿੰਦੇ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਉਪਾਈ ਮੈਨੇ ਪੈਦਾ ਕੀਤੀ। ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ, ਆਪ ਹੀ ਬਣਾਈ ਹੈ। ਤੁਧ ਆਪੇ ਸਿਰਜ ਸਭ ਗੋਈ। ਸਿਰਜ ਹੁੰਦਾ ਬਣਾਉਣਾ ਅਤੇ ਗੋਈ ਹੁੰਦਾ ਨਾਸ ਕਰਨਾ। ਤੂੰ ਆਪ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਆਪ ਹੀ ਨਾਸ ਕਰਨ ਵਾਲਾ ਹੈ। ਜਿਵੇਂ ਮਦਾਰੀ ਹੈ, ਉਹਦੇ ਕੋਲ ਥੈਲਾ ਹੁੰਦਾ ਹੈ, ਉਹ ਮੇਜ਼ ਦੇ ਉੱਤੇ ਉਹ ਥੈਲੇ 'ਚ ਚੀਜ਼ਾਂ ਕੱਢ ਕੇ ਮੇਜ਼ 'ਤੇ ਰੱਖ ਦਿੰਦਾ ਹੈ, ਤਮਾਸ਼ਾ ਵਿਖਾਉਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਤਮਾਸ਼ਾ ਖਤਮ ਹੁੰਦਾ ਸਾਰੀਆਂ ਚੀਜ਼ਾਂ ਥੈਲੇ 'ਚ ਪਾ ਲੈਂਦਾ ਅਤੇ ਮੇਜ਼ ਖਾਲੀ ਹੋ ਜਾਂਦਾ ਹੈ। ਐਂ ਪਰਮਾਤਮਾ ਸ੍ਰਿਸ਼ਟੀ ਬਣਾਉਂਦਾ, ਜਦੋਂ ਉਹਦਾ ਜੀਅ ਕਰਦਾ ਸਭ ਨਾਸ ਕਰਦਾ, ਖਤਮ ਕਰ ਦਿੰਦਾ। ਗੋਈ ਹੁੰਦਾ ਨਾਸ ਕੀਤੀ। ਤੂੰ ਆਪ ਹੀ ਸ੍ਰਿਸ਼ਟੀ ਬਣਾਉਣ ਵਾਲਾ ਹੈ, ਆਪ ਹੀ ਨਾਸ ਕਰਨ ਵਾਲਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਨ ਹੋਈ। ਗੁਰੂ ਮਹਾਰਾਜ ਕਹਿੰਦੇ ਮੈਂ ਤਾਂ ਉਸ ਕਰਤੇ ਦੇ, ਉਸ ਪਰਮਾਤਮਾ ਦੇ ਗੁਣ ਗਾਉਂਦਾ ਹਾਂ ਜੋ ਸਭ ਸਹਿ ਕਾ ਜਨ ਹੋਈ, ਜੋ ਸਾਰਿਆਂ ਦੇ ਦਿਲਾਂ ਨੂੰ ਜਾਣਨ ਵਾਲਾ ਹੈ, ਜੋ ਸਭ ਦੇ ਮਨ ਦੀਆਂ ਗੱਲਾਂ ਨੂੰ ਜਾਣਨ ਵਾਲਾ। ਜਾਣੋਈ ਹੁੰਦਾ ਜਾਣਨ ਵਾਲਾ, ਜੋ ਸਭ ਨੂੰ ਜਾਣਨ ਵਾਲਾ ਹੈ, ਜੋ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਕਹਿੰਦੇ ਮੈਂ ਤਾਂ ਉਸ ਦੇ ਗੁਣ ਗਾਉਂਦਾ ਹਾਂ। ਸੋ ਉਸ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ, ਬਾਕੀ ਆਪੇ ਸਭ ਕੁਝ ਠੀਕ ਹੋ ਜਾਏਗਾ ਸਮਾਂ ਪਾ ਕੇ। ਹਰ ਮਨੁੱਖ ਦੀ ਕੋਈ ਨਾ ਕੋਈ ਤਾਣੀ ਉਲਝੀ ਹੋਈ ਹੈ। ਮੈਂ ਦੇਖਿਆ ਬਹੁਤ ਘੱਟ ਲੋਕ ਨੇ ਜਿਹਨੇ ਤਾਣੀ ਸੁਲਝੀ ਹੋਈ ਹੈ, ਨਹੀਂ ਤਾਂ ਉਲਝੀ ਹੋਈ ਹੈ। ਇਹ ਫਿਰ ਪਰਮਾਤਮਾ ਜਿਹੜਾ ਨਾਮ ਹੈ ਇਹ ਉਲਝੀ ਹੋਈ ਤਾਣੀ ਨੂੰ ਹੌਲੀ 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 ਸੁਲਝਾ ਦਿੰਦਾ ਹੈ। ਤਾਣੀ ਸੁਲਝ ਜਾਂਦੀ ਅਤੇ ਕਾਰਜ ਰਾਸ ਹੋ ਜਾਂਦੇ। ਸੋ ਇਸ ਲਈ ਭਜਨ ਬੰਦਗੀ ਲੱਗੇ ਰਹਿਣਾ ਚਾਹੀਦਾ। ਦੁੱਖ ਆਓ ਸੁੱਖ ਆਓ, ਗਿਲਾ ਨਹੀਂ ਕਰਨਾ ਕਿ ਤੂੰ ਮੈਂ ਪਾਠ ਤੇਰਾ ਕਰਦਾ, ਤੂੰ ਮੈਨੂੰ ਦੁੱਖ ਕਿਉਂ ਦਿੱਤੇ। ਨਹੀਂ, ਉਹ ਕਹਿੰਦੇ ਤੇਰੇ ਆਪਣੇ ਕਰਮਾਂ ਦੇ ਨੇ। ਇੱਥੇ ਦੁੱਖ ਤਾਂ ਤੇਰੇ ਆਪਣੇ ਕਰਮਾਂ ਦੇ ਨੇ। ਭਗਤ ਤਰਲੋਚਨ ਜੀ ਨੂੰ ਵੀ ਉਹਨਾਂ ਦੀ ਘਰ ਵਾਲੀ ਲੜ ਰਹੀ ਹੈ, ਕਹਿ ਤੂੰ ਕਾਹਦਾ ਹੈ ਭਗਤ ਹੈ, ਖਾਣ ਨੂੰ ਤਾਂ ਘਰ 'ਚ ਕੁਛ ਹੈ ਨਹੀਂ, ਕੀ ਰੱਬ ਨੇ ਤੈਨੂੰ ਦਿੱਤਾ। ਉਹ ਕਹਿੰਦੇ ਇਹ ਮੂਰਖ ਹੈ, ਕਿਉਂ ਰੱਬ ਨੂੰ ਨਹੀਂ ਦਿੰਦੀ ਹੈ। ਸੁਕ੍ਰਿਤ ਦੁਕ੍ਰਿਤ ਥਾਰੋ ਕਰਮ ਨਹੀਂ। ਇਹ ਦੁੱਖ ਸੁੱਖ ਤਾਂ ਤੇਰੇ ਆਪਣੇ ਕਰਮਾਂ ਕਾਰਨ ਹੈ, ਤੂੰ ਪਰਮਾਤਮਾ ਨੂੰ ਕਿਉਂ ਨਿੰਦੀ ਹੈ। ਇਸ ਲਈ ਮੈਂ ਤਾਂ ਨਾਮ ਜਪਦਾ ਕਿ ਚਲੋ ਪਿੱਛੇ ਨਹੀਂ ਜਪ ਹੋਇਆ ਹੋਣਾ ਤਾਂ ਕਰਕੇ ਦੁੱਖ ਆ ਗਏ ਨੇ, ਹੁਣ ਨਾਮ ਜਪੋ। ਨਾਮ ਜਪੋ ਦੁੱਖ ਖਤਮ ਹੋਣਗੇ, ਨਾਮ ਜਪੋ ਗਰੀਬੀ ਖਤਮ ਹੋਏਗੀ, ਨਾਮ ਜਪੋ ਜੇ ਕਰਮਾਂ 'ਚ ਅੜਚਨ ਆ ਰਹੀ ਹੈ ਉਹ ਦੂਰ ਹੋਏਗੀ। ਹਾਂਜੀ, ਨਾਮ ਜਪੋ ਆਦਰ ਮਾਣ ਸਤਿਕਾਰ ਮਿਲੇਗਾ, ਨਾਮ ਜਪੋ ਗਿਆਨ ਹੋਏਗਾ। ਤੁਸੀਂ ਕਹੋਗੇ ਨਾਮ ਜਪਣਾ ਗਿਆਨ ਹੋ ਜਾਏਗਾ। ਹਾਂ, ਪਰਮਾਤਮਾ ਗਿਆਨਵਾਨ ਹੈ। ਜਦੋਂ ਅਸੀਂ ਉਹਦਾ ਨਾਮ ਜਪੀ ਜਾਵਾਂਗੇ ਉਹਦਾ ਗਿਆਨ ਸਾਨੂੰ ਮਿਲਣਾ ਸ਼ੁਰੂ ਹੋ ਜਾਏਗਾ, ਅਸੀਂ ਵੀ ਗਿਆਨਵਾਨ ਹੋ ਜਾਵਾਂਗੇ। ਅੱਜ ਜਿੰਨੇ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਇਹ ਤਾਂ ਵਿਚਾਰੇ ਅਨਪੜ੍ਹ ਸਨ। ਇਹਨਾਂ ਦਾ ਉਸ ਜ਼ਮਾਨੇ 'ਚ ਪੜ੍ਹਾਈ ਮੰਦਰਾਂ 'ਚ ਹੁੰਦੀ ਸੀ ਜਾਂ ਮਸਜਿਦਾਂ 'ਚ ਹੁੰਦੀ ਸੀ। ਅੱਜ ਦੀ ਤਰ੍ਹਾਂ ਸਕੂਲ ਕੋਈ ਨਹੀਂ ਸਨ। ਇਹ ਤਾਂ ਅੰਗਰੇਜ਼ ਲੈ ਸਕੂਲ ਕਾਲਜ ਤਾਂ ਅੰਗਰੇਜ਼ਾਂ ਵਾਲੇ ਆਏ ਨੇ। ਪਹਿਲਾਂ ਧਰਮ ਦੀ ਪੜ੍ਹਾਈ ਹੁੰਦੀ ਸੀ ਅਤੇ ਧਾਰਮਿਕ ਸਥਾਨਾਂ 'ਤੇ ਹੁੰਦੀ ਸੀ। ਹਿੰਦੁਸਤਾਨ ਦੇ ਵਿੱਚ ਜਾਤ ਪਾਤ ਦਾ ਜ਼ਿਆਦਾ ਜ਼ੋਰ ਹੋਣ ਕਰਕੇ ਇਹ ਵਿਚਾਰੇ ਨੀਵੀਆਂ ਜਾਤਾਂ ਦੇ ਸਨ। ਇਹਨਾਂ ਨੂੰ ਤਾਂ ਕੋਈ ਪੜ੍ਹਾਉਂਦਾ ਹੀ ਨਹੀਂ ਸੀ। ਪੜ੍ਹਾਉਣਾ ਤਾਂ ਕਿਤੇ ਰਹਿਣ ਤਾਂ ਮੰਦਰ 'ਚ ਵੜਨ ਨਹੀਂ ਸੀ ਦਿੰਦੇ। ਜੇ ਕਿਤੇ ਗਲਤੀ ਨਾਲ ਵੜ ਜਾਏ ਧੱਕੇ ਮਾਰ ਕੇ ਬਾਹਰ ਕੱਢਦੇ ਕਦੇ ਕਹਿ ਤੂੰ ਸ਼ੂਦਰ ਹੈ, ਤੂੰ ਮੰਦਰ 'ਚ ਨਹੀਂ ਵੜ ਸਕਦਾ, ਨਿਕਲ ਬਾਹਰ। ਮਨੁੱਖ ਆਪ ਹੀ ਰੱਬ ਬਣ ਬੈਠਾ, ਆਪ ਹੀ ਰੱਬ ਬਣ ਗਿਆ ਵੀ ਜਿਹਨੂੰ ਅਸੀਂ ਚਾਹਾਂਗੇ ਉਹ ਮੰਦਰ 'ਚ ਆਏਗਾ, ਜਿਹਨੂੰ ਅਸੀਂ ਨਹੀਂ ਚਾਹਾਂਗੇ ਨਹੀਂ ਆਵੇਗਾ।
ਪਰਮਾਤਮਾ ਤਾਂ ਕਹਿੰਦੇ ਸਭ ਖੁੱਲ੍ਹੇ, ਮੇਰੇ ਥਾਵਾਂ ਸਭ ਖੁੱਲ੍ਹੀਆਂ ਨੇ। ਪਰਮਾਤਮਾ ਤੁਹਾਨੂੰ ਲੋੜ ਹੀ ਨਹੀਂ ਮੰਦਿਰਾਂ 'ਚ ਜਿਹੜੇ ਨਹੀਂ ਵੜਨ ਦੇ ਮਤ ਜਾਓ, ਤੁਸੀਂ ਮੇਰਾ ਨਾਮ ਜਪੀ ਜਾਓ, ਮੈਂ ਤਾਂ ਸਭ ਥਾਂ 'ਤੇ ਹਾਂ। ਜ਼ਰੂਰੀ ਇਹਨੂੰ ਜਾਣਾ, ਇਹਨੇ ਤਰਲੇ ਕੱਢਣੇ ਨੇ। ਜਿਹੜਾ ਨਹੀਂ ਵੜਨ ਦਿੰਦਾ ਜਾਂ ਨਾ ਵੜਨ ਦਿਓ, ਨਾਮ ਹੀ ਜਪਣਾ, ਆਪਣਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਜਾਓ ਬਸ। ਇਸ ਲਈ ਕਹਿੰਦੇ ਮੈਂ ਤਾਂ ਉਸ ਪਰਮਾਤਮਾ ਦੇ ਗੁਣ ਗਾਉਂਦਾ ਹਾਂ ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਰਾਗ ਆਸਾ ਮਹਿਲਾ ਚੌਥਾ। ਰਾਗ ਦਾ ਨਾਮ ਹੈ ਆਸਾ, ਮਹਿਲਾ ਚੌਥਾ ਦਾ ਮਤਲਬ ਚੌਥੇ ਪਾਤਸ਼ਾਹ ਦੀ ਬਾਣੀ ਹੈ। ਇਹ ਮਹਿਲਾ ਤਾਂ ਹੈ, ਹਾਹੇ ਤੋਂ ਪਹਿਲਾ ਅੱਖਰ ਮੰਮਾ ਮੁਕਤਾ ਹੈ। ਜੇ ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਬੋਲਣ ਵੇਲੇ ਉਸ 'ਤੇ ਦੁਲਾਵਾਂ ਲੱਗਦੀਆਂ। ਹੁਣ ਮੰਮੇ 'ਤੇ ਲੱਗ ਗਈਆਂ ਦੁਲਾਵਾਂ, ਕੀ ਬਣ ਗਿਆ? ਮਹਿਲਾ। ਇਹ ਮਹੱਲਾ ਨਹੀਂ ਹੈ, ਇਹ ਮਹਿਲਾ। ਅਤੇ ਅੱਗੇ ਚਾਰ ਨਹੀਂ, ਮਹਿਲਾ ਚੌਥਾ। ਇਹ ਚੌਥੇ ਪਾਤਸ਼ਾਹ ਦੀ ਬਾਣੀ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਇਹਨੂੰ ਮਹਿੰਡਾ ਬੋਲਣਾ। ਇਹ ਬਹਾਲਪੁਰੀਏ ਨੇ ਇਹ ਮਹਿੰਡਾ ਤੈਂਡਾ ਬੋਲਦੇ ਨੇ। ਮਹਿੰਡਾ ਬਣੇ ਮੇਰਾ, ਤੈਂਡਾ ਬਣੇ ਤੇਰਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ। ਜੋ ਤੂੰ, ਹੁਣ ਤੂੰ ਆ ਗਿਆ, ਅੱਗੇ ਦੇ ਨਹੀਂ ਹੋ ਸਕਦਾ। ਇਹ ਖਿਆਲ ਰੱਖਣਾ, ਜੇ ਹਾਹੇ ਤੋਂ ਪਹਿਲੇ ਅੱਖ ਨੂੰ ਲਾਣ ਲੱਗੀ ਹੋਵੇ ਤਾਂ ਹਾਹੇ ਦੀ ਸਿਹਾਰੀ ਨਹੀਂ ਬੋਲਦੀ। ਹੁਣ ਬਾਕੀ ਰਹਿ ਗਿਆ ਦੱਦੇ ਲਾਂ ਹਾਹਾ, ਇਹ ਹੋ ਗਿਆ ਦੇ। ਇਹ ਕੀ ਹੋ ਗਿਆ? ਦੇ। ਹੁਣ ਅੱਗੇ ਲੱਗਿਆ ਤੂੰ। ਜਦੋਂ ਤੂੰ ਲੱਗ ਜੇ ਫਿਰ ਕਿਰਿਆ ਜਿਹੜੀ ਨਕਰੇ ਬੋਲੀ ਜਾਂਦੀ, ਜਿਵੇਂ ਤੂੰ ਜਾਂਦਾ ਹੈ, ਤੂੰ ਦਿੰਦਾ ਹੈ, ਤੂੰ ਖਾਂਦਾ ਹੈ, ਤੂੰ ਪੀਂਦਾ ਹੈ, ਇਸ ਤਰ੍ਹਾਂ ਬੋਲੇ। ਜੋ ਤੂੰ ਦੇ ਸੋਈ ਹੋਂ ਪਾਈ। ਹੁਣ ਹੋਂ ਆ ਗਏ, ਤੂੰ ਆ ਜੇ, ਹੋਂ ਆ ਜੇ, ਮੈਂ ਆ ਜੇ। ਅੱਗੇ ਜਿਹੜੀ ਕਿਰਿਆ ਹੈ ਨਕਰੇ ਬੋਲੀ ਜਾਂਦੀ ਹੈ। ਹੋਂ ਪਾਈ ਨਹੀਂ, ਹੋਂ ਪਾਈ। ਖਿਆਲ ਰੱਖਣਾ, ਤੂੰ ਆ ਗਿਆ ਸੀ ਇਸ ਲਈ ਦੇ ਨਹੀਂ ਹੋ ਸਕਦਾ। ਤੂੰ ਆ ਗਿਆ ਇਸ ਲਈ ਦੇ। ਇੱਥੇ ਹੋਂ ਆ ਗਏ, ਹੋਂ ਮੈਨੇ ਮੈਂ। ਪਾਈ ਨਹੀਂ, ਪਾਈ ਪਾਸਟ ਟੈਂਸ ਹੋ ਜਾਏਗਾ, ਇਹ ਪ੍ਰੈਜ਼ੈਂਟ ਟੈਂਸ ਹੈ। ਇਸ ਲਈ ਇਨ ਪਨੇ ਪਾਈ, ਪਾਈ ਮੈਨੇ ਪਾਉਂਦਾ ਹਾਂ। ਜੋ ਤੂੰ ਦੇ ਸੋਈ ਹੋਂ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ। ਇਹਨੂੰ ਕਿਰਪਾ ਨਹੀਂ ਬੋਲਣਾ। ਜੇ ਰਾਰਾ ਪੂਰਾ ਹੋਵੇ ਫਿਰ ਕਿਰਪਾ ਬੋਲਣਾ ਹੈ। ਕਿਰਪਾ ਪੰਜਾਬੀ ਦਾ ਸ਼ਬਦ ਹੁੰਦਾ ਹੈ। ਜੇ ਕੱਕੇ ਦੇ ਪੈਰ 'ਚ ਰਾਰਾ ਪਏ ਫਿਰ ਬੋਲਣਾ ਕਿਰਪਾ। ਕਿਰਪਾ ਹਿੰਦੀ ਦਾ ਸ਼ਬਦ ਹੈ। ਕੱਕੇ ਨੂੰ ਸਿਆਰੀ, ਰਾਰਾ ਪੱਪੇ ਨੂੰ ਕੰਨਾ ਕਿਰਪਾ, ਇਹ ਤਾਂ ਹੈ ਪੰਜਾਬੀ ਦਾ। ਕੱਕੇ ਨੂੰ ਸਿਆਰੀ, ਪੈਰ 'ਚ ਰਾਰਾ, ਪੱਪੇ ਨੂੰ ਕੰਨਾ, ਇਹ ਹੈ ਹਿੰਦੀ ਦਾ। ਹਿੰਦੀ ਦਾ ਸ਼ਬਦ ਹੋਣ ਕਰਕੇ ਇਹਨੂੰ ਬੋਲਣਾ ਕਿਰਪਾ। ਕੀ ਬੋਲਣਾ? ਕਿਰਪਾ। ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਹੇ ਪਰਮਾਤਮਾ ਤੂੰ ਕਰਤਾ ਹੈ, ਤੂੰ ਸਾਰਿਆਂ ਨੂੰ ਬਣਾਉਣ ਵਾਲਾ ਹੈ। ਕਰਤਾ ਜਿਹਨੂੰ ਬਣਾਉਣ ਵਾਲਾ ਹੋਵੇ। ਤੂੰ ਸਭ ਨੂੰ ਬਣਾਉਣ ਵਾਲਾ ਹੈ। ਸਚਿਆਰ ਹੁੰਦਾ ਜੋ ਸਦਾ ਰਹਿਣ ਵਾਲਾ ਹੋਵੇ। ਕੂੜਿਆਰ ਹੁੰਦਾ ਜੋ ਖਤਮ ਹੋ ਜਾਣ ਵਾਲਾ, ਜਿਵੇਂ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਭ ਨੇ ਖਤਮ ਹੋ ਜਾਣਾ ਹੈ। ਸਚਿਆਰ ਹੁੰਦਾ ਜਿਹੜਾ ਸਦਾ ਰਹਿਣ ਵਾਲਾ ਹੈ, ਉਹ ਪਰਮਾਤਮਾ ਹੀ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ। ਮਹਿੰਡਾ ਮੈਨੇ ਮੇਰਾ, ਸਾਈਂ ਮੈਨੇ ਮਾਲਕ। ਤੂੰ ਕਰਤਾ ਹੈ, ਤੂੰ ਸਦਾ ਰਹਿਣ ਵਾਲਾ ਹੈ, ਤੂੰ ਮੇਰਾ ਸਾਈਂ ਹੈ, ਤੂੰ ਮੇਰਾ ਮਾਲਕ ਹੈ। ਜੋ ਤਉ ਭਾਵੈ ਸੋਈ ਥੀਸੀ। ਜੋ ਤੈਨੂੰ ਚੰਗਾ ਲੱਗਦਾ ਸੋਈ ਥੀਸੀ, ਉਹੀ ਹੁੰਦਾ ਹੈ। ਥੀਸੀ ਮੈਨੇ ਹੁੰਦਾ ਹੈ। ਹੇ ਪਰਮਾਤਮਾ ਜੋ ਤੈਨੂੰ ਭਾਉਂਦਾ ਹੈ ਉਹੀ ਹੁੰਦਾ ਹੈ।
ਜਦੋਂ ਸਮਝ ਆ ਜਾਏਗੀ ਅਸੀਂ ਚਿੰਤਾ ਕਰਨੋਂ ਹਟ ਜਾਵਾਂਗੇ। ਅਸੀਂ ਚਿੰਤਾ ਹੀ ਇਸ ਲਈ ਕਰਦੇ ਹਾਂ ਕਿ ਜੋ ਅਸੀਂ ਚਾਹੁੰਦੇ ਉਸ ਤਰ੍ਹਾਂ ਨਹੀਂ ਹੋ ਰਿਹਾ। ਜੋ ਅਸੀਂ ਚਾਹੁੰਦੇ ਉਸ ਤਰ੍ਹਾਂ ਨਹੀਂ ਹੋ ਰਿਹਾ, ਇਸ ਲਈ ਅਸੀਂ ਦੁਖੀ ਵੀ ਹਾਂ ਅਤੇ ਚਿੰਤਾਤਰ ਵੀ ਹਾਂ। ਜਦੋਂ ਗਿਆਨ ਹੋ ਜਾਏਗਾ ਕਿ ਜੋ ਤਉ ਭਾਵੈ ਸੋਈ ਥਿਸੀ, ਜੋ ਤੈਨੂੰ ਚੰਗਾ ਲੱਗਦਾ ਉਹੀ ਹੋਣਾ, ਉਹੀ ਹੋਣਾ। ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਉਵੇਂ ਹੀ ਹੋਣਾ। ਜੋ ਤੂੰ ਦੇਹ ਸੋਈ ਹੋ ਪਾਈ, ਅਤੇ ਜੋ ਤੂੰ ਦੇਵੇਂਗਾ ਉਹੀ ਮੈਨੂੰ ਮਿਲਦਾ ਹੈ। ਜੋ ਤੂੰ ਦਿੰਦਾ ਉਹੀ ਮੈਨੂੰ ਮਿਲਦਾ ਹੈ। ਪਰਮਾਤਮਾ ਦਿੰਦਾ ਤਾਂ ਮਨੁੱਖ ਨੂੰ ਮਿਲਦਾ। ਜੇ ਪਰਮਾਤਮਾ ਦੇਵੇ ਹੀ ਨਾ ਤਾਂ ਜਿੱਥੇ ਮਰਜ਼ੀ ਭਟਕੀ ਜਾਏ। ਕਈ ਵਾਰੀ ਮੰਗਤੇ ਨੂੰ ਕੁਛ ਵੀ ਨਹੀਂ ਮਿਲਦਾ ਹੁੰਦਾ, ਕਈ ਵਾਰੀ ਮੰਗਤੇ ਨੂੰ ਬਹੁਤ ਕੁਛ ਮਿਲ ਜਾਂਦਾ, ਕਈ ਵਾਰੀ ਉਹਨੂੰ ਕੱਖ ਵੀ ਨਹੀਂ ਮਿਲਦਾ। ਕਿਉਂ? ਉਹਦੇ ਉਹ ਦੇਣੇ ਨਹੀਂ ਸੀ ਚਾਹੁੰਦਾ ਉਸਨੂੰ। ਜੋ ਤੂੰ ਦੇਹ ਸੋਈ ਹੋ ਪਾਈ, ਜੋ ਤੂੰ ਮੈਨੂੰ ਦਿੰਦਾ ਹੈ ਉਹੀ ਮੈਨੂੰ ਮਿਲਦਾ ਹੈ। ਸਭ ਤੇਰੀ ਤੂੰ ਸਭਨੀ ਧਿਆਇਆ, ਇਹ ਸਾਰੇ ਜੀਵ ਤੇਰੇ ਨੇ, ਇਹ ਸਾਰੀ ਸ੍ਰਿਸ਼ਟੀ ਤੇਰੀ ਹੈ। ਤੂੰ ਸਭਨੀ ਧਿਆਇਆ, ਤੂੰ ਭਾਵ ਤੈਨੂੰ ਸਾਰੇ ਧਿਆਉਂਦੇ ਹਨ, ਸਾਰੇ ਤੇਰਾ ਨਾਮ ਜਪਦੇ ਹਨ, ਕਿਉਂਕਿ ਸਾਰੇ ਤੇਰੇ ਹੀ ਨੇ। ਜਦੋਂ ਸਾਰੀ ਸ੍ਰਿਸ਼ਟੀ ਤੇਰੀ ਹੈ, ਇਸ ਲਈ ਫਿਰ ਉਹ ਤੇਰਾ ਹੀ ਨਾਮ ਜਪਦੇ ਨੇ। ਅਤੇ ਨਾਲ ਇੱਕ ਆਮ ਕਹਾਵਤ ਹੈ ਨਾ, ਜਿਸ ਦਾ ਦਿੱਤਾ ਖਾਵਨਾ ਤਿਸ ਕਹੀਐ ਸ਼ਾਬਾਸ਼। ਅਸੀਂ ਪਰਮਾਤਮਾ ਦਾ ਦਿੱਤਾ ਹੋਇਆ ਖਾ ਰਹੇ ਹਾਂ, ਦੇਖਣ ਨੂੰ ਮਾਂ ਪਿਓ ਦਾ ਦਿੱਤਾ ਹੋਇਆ ਖਾ ਰਹੇ ਹਾਂ, ਦੇਖਣ ਨੂੰ ਜਦੋਂ ਨੌਕਰੀ ਲੱਗ ਜਾਏ ਮੈਂ ਆਪਣਾ ਕਮਾ ਕੇ ਖਾ ਰਿਹਾ ਹਾਂ, ਐਂ ਲੱਗਦਾ। ਪਰ ਨਹੀਂ, ਇਹ ਪਰਮਾਤਮਾ ਦੇ ਦਿੱਤਾ ਹੋਇਆ ਮਨੁੱਖ ਖਾ ਰਿਹਾ ਹੈ। ਕਈ ਵਾਰੀ ਕੀ ਹੁੰਦਾ, ਤਾਂ ਹੀ ਕਹਿੰਦੇ ਦਾਣੇ ਦਾਣੇ 'ਤੇ ਜੀ ਮੋਹਰ ਹੈ। ਦਾਣੇ ਜਿਸ ਸਕੂਲ 'ਚ ਮੈਂ ਇੱਕ ਸਕੂਲ 'ਚ ਲੱਗਾ ਸੀ, ਉੱਥੇ ਜਿਹੜਾ ਚੌਕੀਦਾਰ ਸੀ ਉਹ ਕਦੇ ਕਦੇ ਆ ਕੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦਾ ਸੀ। ਉਹ ਫਿਰ ਕਦੇ ਕਦੇ ਬੜੀ ਵਧੀਆ ਗੱਲਾਂ ਕਰਦਾ ਸੀ। ਉਹ ਕਹਿੰਦਾ ਸਰਦਾਰ ਜੀ ਦਾਣੇ ਦਾਣੇ 'ਤੇ ਮੋਹਰ ਹੁੰਦੀ ਹੈ। ਮੈਂ ਹਾਂ, ਗੁਰਬਾਣੀ 'ਚ ਵੀ ਇਸ ਤਰ੍ਹਾਂ ਲਿਖਿਆ ਹੋਇਆ। ਮੈਂ ਤੈਨੂੰ ਕੀ ਸਬੂਤ ਹੈ ਦਾਣੇ ਦਾਣੇ 'ਤੇ ਮੋਹਰ ਹੁੰਦੀ ਹੈ? ਕਹਿੰਦਾ ਇਸ ਤਰ੍ਹਾਂ ਦੋ ਬੰਦੇ ਬਹਿਸ ਕਰ ਰਹੇ ਸਨ। ਇੱਕ ਕਹਿੰਦਾ ਦਾਣੇ ਦਾਣੇ 'ਤੇ ਮੋਹਰ ਹੁੰਦੀ ਹੈ, ਕਹਿੰਦਾ ਹੋਰ ਕੁਛ ਹੁੰਦੀ ਹੈ। ਉਹ ਕਹਿੰਦਾ ਨਹੀਂ, ਦਾਣੇ ਦਾਣੇ 'ਤੇ ਮੋਹਰ ਹੁੰਦੀ ਹੈ। ਉਹ ਮੱਕੀ ਦਾ ਦਾਣਾ ਸੀ, ਉਹ ਖਿੜਿਆ ਹੋਇਆ ਨਹੀਂ ਸੀ। ਕਈ ਮੱਕੀ ਦਾ ਖਿੜਦੇ ਨਹੀਂ ਨਾ, ਉਸ ਰਹਿੰਦੇ। ਉਹ ਕਹਿੰਦਾ ਲੈ ਮੈਂ ਦੇਖਦਾ ਫਿਰ ਆਹ ਦਾਣਾ ਹੈ। ਉਹ ਐਂ ਹੁਣ ਜਿਵੇਂ ਆਪਾਂ ਮੂੰਹ 'ਚ ਪਾਉਂਦੇ ਹਾਂ, ਇਹ ਐਂ ਕੀਤਾ, ਉਹਨੇ ਨੱਕ 'ਚ ਚਲਿਆ ਗਿਆ। ਉਹ ਨੱਕ 'ਚ ਦਾਣਾ ਚਲਿਆ ਗਿਆ। ਜਦੋਂ ਉਹਨੇ ਨੱਕ ਸਾਫ਼ ਕੀਤਾ, ਦਾਣਾ ਹੇਠਾਂ ਡਿੱਗਿਆ। ਇੱਕ ਮੁਰਗੀ ਸੀ ਕੋਲ, ਉਹ ਮੁਰਗੀ ਨੂੰ ਦਾਣਾ ਚੱਕ ਕੇ ਖਾ ਲਿਆ। ਕਹਿੰਦੇ ਕਿਉਂ? ਹੈ ਨਾ ਦਾਣੇ ਦਾਣੇ 'ਤੇ ਮੋਹਰ ਲੱਗਾ ਸੀ, ਤੂੰ ਖਾਣ ਹੈ ਸੀ ਮੁਰਗੀ ਦੇ ਭਾਗਾਂ 'ਚ, ਖਾ ਗਈ ਨਾ ਉਹ। ਇਸ ਲਈ ਦਾਣੇ ਦਾਣੇ 'ਤੇ ਮੋਹਰ ਹੈ। ਤਾਂ ਹੀ ਦੂਸਰੇ ਪਾਤਸ਼ਾਹ ਵੀ ਇਸੇ ਲਿਖਦੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸੋ ਦਾਣੇ ਦਾਣੇ 'ਤੇ ਮੋਹਰ ਹੈ। ਜਿਹਦੇ ਭਾਗਾਂ ਜੋ ਲਿਖਿਆ ਹੁੰਦਾ ਉਹ ਖਾ ਜਾਂਦਾ। ਪੁਰਾਣੇ ਜ਼ਮਾਨੇ 'ਚ ਸਿੱਖ ਜਦੋਂ ਲੰਗਰ ਛਕਣ ਲੱਗਦੇ ਸਨ, ਫਿਰ ਉੱਚੀ ਬੋਲਦੇ ਸਨ, ਭਾਈ ਲੰਗਰ ਤਿਆਰ ਹੈ, ਜੇ ਕੋਈ ਭੁੱਖਾ ਹੈ ਤਾਂ ਆ ਕੇ ਲੰਗਰ ਛਕ ਸਕਦਾ ਹੈ। ਪਹਿਲਾਂ ਐਂ ਕਹਿੰਦੇ ਸੀ ਉੱਚੀ ਸਾਰੀ ਹੋਕਾ ਦੇ ਕੇ ਫਿਰ ਲੰਗਰ ਛਕਣ ਲੱਗਦੇ ਹੁੰਦੇ ਸਨ। ਸੋ ਸਭ ਤੇਰੀ ਤੂੰ ਸਭਨੀ ਧਿਆਇਆ, ਸਾਰੇ ਤੇਰੇ ਹੀ ਨੇ, ਇਸੇ ਸਾਰੇ ਤੈਨੂੰ ਹੀ ਧਿਆਉਂਦੇ ਹਨ। ਜਿਸ ਨੂੰ ਕਿਰਪਾ ਕਰੇ ਤੈਨੂੰ ਨਾਮ ਰਤਨ ਪਾਇਆ। ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਹੈ ਉਹਨਾਂ ਨੂੰ ਨਾਮ ਰੂਪੀ ਰਤਨ ਪ੍ਰਾਪਤ ਹੋ ਗਿਆ ਹੈ। ਰਤਨ ਹੀਰਾ ਹੁੰਦਾ, ਬੜੇ ਕੀਮਤੀ ਪੱਥਰ ਹੁੰਦਾ ਹੈ। ਨਾਮ ਨੂੰ ਵੀ ਰਤਨ ਕਿਹਾ ਹੈ, ਨਾਮ ਨੂੰ ਹੀਰਾ ਕਿਹਾ ਗਿਆ ਹੈ, ਨਾਮ ਨੂੰ ਲਾਲ ਕਿਹਾ ਗਿਆ ਹੈ। ਭਾਵ ਨਾਮ ਵੀ ਬੜਾ ਕੀਮਤੀ ਹੈ। ਜਿਵੇਂ ਹੀਰੇ ਲਾਲ ਕੀਮਤੀ ਨੇ, ਇਸ ਤਰ੍ਹਾਂ ਪਰਮਾਤਮਾ ਦਾ ਨਾਮ ਵੀ ਕੀਮਤੀ ਹੈ।
ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। हे ਪਰਮਾਤਮਾ, ਜਿਨ੍ਹਾਂ 'ਤੇ ਤੂੰ ਕਿਰਪਾ ਕਰਦਾ ਹੈ ਉਹਨੂੰ ਨਾਮ ਰੂਪੀ ਰਤਨ ਪ੍ਰਾਪਤ ਹੋ ਜਾਂਦਾ ਹੈ। ਗੁਰਮੁਖ ਲਾਧਾ ਮਨਮੁਖ ਗਵਾਇਆ। ਇਹ ਨਾਮ ਰੂਪੀ ਹੀਰੇ ਨੂੰ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਦੇ ਆਖੇ ਲੱਗਦਾ ਉਹਨੂੰ ਕਹਿੰਦੇ ਗੁਰਮੁਖ। ਮਨਮੁਖ ਹੁੰਦਾ ਜਿਹੜਾ ਮਨ ਦੇ ਆਖੇ ਲੱਗੇ, ਜਿਹੜਾ ਮਨ ਦੇ ਆਖੇ ਲੱਗੇ। ਟੀਚਰ ਕਹਿੰਦਾ ਭਾਈ ਪੜ੍ਹਾਈ ਕਰਿਆ ਕਰੋ, ਬੱਚਾ ਆਖੇ ਨਹੀਂ ਲੱਗਦਾ, ਅਵਾਰਾਗਰਦੀ ਕਰਦਾ, ਮਨਮੁਖ ਹੋਇਆ ਨਾ। ਫਿਰ ਗੁਰੂ ਮਹਾਰਾਜ ਕਹੇ ਭਾਈ ਦਸਾਂ ਨੂੰ ਦੀ ਕਿਰਤ ਕਰੋ। ਉਹ ਜੀ ਦਸਾਂ ਨੂੰ ਨਾਲ ਸਰਦਾ ਹੀ ਨਹੀਂ ਜੀ। ਉਹ ਜੀ ਬੱਚੇ ਦੀ ਫੀਸ ਦੇਣੀ ਹੈ ਜੀ, ਉਹ ਫੀਸ ਹੈ ਜੀ 1.25 ਲੱਖ ਜੀ, ਮੇਰੀ ਤਨਖਾਹ ਜੀ 40,000 ਜੀ, ਉਹ ਕਿੱਥੋਂ 1.25 ਲੱਖ ਦੇਵਾਂ ਜੀ। ਇਸ ਲਈ ਅੱਖ ਚੱਬਣਾ ਪੈਂਦਾ ਜੀ। ਹੁਣ ਅੱਖ ਚੱਬਣਾ ਸਮਝ ਗਏ ਹੋਵੇ, ਹੈ ਤੇ ਔਖਾ ਕੰਮ, ਰਿਸ਼ਵਤ ਲੈਣਾ। ਫਿਰ ਬਹਾਨੇ ਬਣਾਉਂਦੇ ਨੇ, ਬਹਾਨੇ ਬੰਦਾ ਬਣਾਉਂਦਾ ਹੈ। ਜੇ ਤੇਰੇ ਬੱਚੇ ਦੇ ਭਾਗਾਂ 'ਚ ਪੜ੍ਹਾਈ ਲਿਖੀ ਉਹਨੇ ਪੜ੍ਹੀ ਜਾਣਾ, ਉਸ ਨੇ ਪੜ੍ਹੀ ਜਾਣਾ, ਕੋਈ ਨਾ ਕੋਈ ਦੀ ਸਹਾਇਤਾ ਕਰਦੇ। ਤੂੰ ਨਹੀਂ ਕਰੇਗਾ, ਨਾ ਕਰ। ਬਥੇਰੇ ਬਾਪ ਨੇ ਜਿਹੜੇ ਸ਼ਰਾਬਾਂ ਪੀ ਕੇ ਪੈ ਰਹਿੰਦੇ ਨੇ, ਨਸ਼ਈ ਨੇ, ਆਪਣੇ ਬੱਚਿਆਂ ਦਾ ਕੋਈ ਖਿਆਲ ਨਹੀਂ ਕਰਦੇ, ਕੋਈ ਉਹਨੂੰ ਕਿਤਾਬਾਂ ਕਾਪੀਆਂ ਨਹੀਂ ਲਿਆ ਕੇ ਦਿੰਦੇ। ਪਰ ਜੇ ਬੱਚਾ ਹੁਸ਼ਿਆਰ ਹੈ ਤਾਂ ਟੀਚਰ ਹੀ ਉਹਨਾਂ ਦੀ ਮਦਦ ਕਰ ਦਿੰਦੇ ਨੇ, ਸਕੂਲ ਵਾਲੇ ਫੀਸ ਮਾਫ ਕਰ ਦਿੰਦੇ। ਕੋਈ ਟੀਚਰ ਗਾਈਡਾਂ ਟੀਚਰਾਂ ਕੋਲ ਆਉਂਦੀਆਂ ਰਹਿੰਦੀਆਂ ਨੇ, ਉਹ ਕਿਤਾਬਾਂ ਦੇਤੀਆਂ, ਕਿਸੇ ਨੇ ਕੋਈ ਕਾਪੀ ਦੇਤੀ, ਕਿਸੇ ਨੇ ਕੁਛ, ਐਂ ਬੱਚੇ ਪੜ੍ਹ ਜਾਂਦੇ ਨੇ। ਜਿਸ ਨੂੰ ਪਰਮਾਤਮਾ ਨੇ ਪੜ੍ਹਾਉਣਾ ਸਬੱਬ ਆਪੇ ਬਣਾਉਂਦਾ। ਜੇ ਤੁਹਾਡੇ ਭਾਗਾਂ 'ਚ ਪੜ੍ਹਾਈ ਲਿਖੀ ਨਾ, ਸਬੱਬ ਆਪੇ ਲਿਖੀ। ਕਿਸੇ ਨੇ ਪੜ੍ਹਾਈ ਤੁਹਾਡੇ ਭਾਗਾਂ 'ਚ? ਪਰਮਾਤਮਾ ਨੇ। ਹੁਣ ਪੜ੍ਹਾਉਣਾ ਵੀ ਤਾਂ ਉਹਨੇ ਹੀ ਹੈ। ਜਦੋਂ ਲਿਖ ਹੀ ਦਿੱਤਾ ਉਸਨੇ ਵੀ ਇਹ ਪੜ੍ਹੇਗਾ, ਬੱਚਾ ਹੈ ਗਰੀਬ ਪਰ ਲਿਖਦਾ ਇਹ ਪੜ੍ਹੇਗਾ, ਤਾਂ ਸਬੱਬ ਵੀ ਤਾਂ ਫਿਰ ਉਹੀ ਬਣਾਏਗਾ ਨਾ। ਕੋਈ ਬਣਾ ਸਬੱਬ। ਇਹ ਤਾਂ ਪਰਮਾਤਮਾ ਦੀ ਡਿਊਟੀ ਹੈ, ਕਿਉਂਕਿ ਉਹਨੇ ਲਿਖਿਆ। ਜਦੋਂ ਲਿਖਦਾ ਹੀ ਨਾ, ਹੁਣ ਲਿਖਿਆ ਪੜ੍ਹੇਗਾ, ਬਸ ਪੜ੍ਹੇਗਾ। ਉਸ ਬੱਚੇ ਦਾ ਸੁਭਾਅ ਅਵਾਰਾਗਰਦੀ ਵਾਲਾ ਬਣੇਗਾ ਹੀ ਨਹੀਂ। ਉਹ ਮਿਹਨਤੀ ਹੋ ਜਾਏਗਾ, ਕਿਉਂਕਿ ਉਹਦੇ ਭਾਗਾਂ 'ਚ ਪੜ੍ਹਾਈ ਲਿਖੀ ਹੋਈ ਹੈ, ਉਹ ਮਿਹਨਤੀ ਹੋਵੇਗਾ। ਭਾਵੇਂ ਉਹਨੂੰ 10 ਵੀ ਦੇਵੇ ਟੀਚਰ, ਤੂੰ ਪਾਸ ਹੋ ਜਾਏਗਾ, ਉਹ ਫਿਰ ਮਿਹਨਤ ਕਰਦਾ ਰਹਿੰਦਾ। ਇਹ ਨਹੀਂ ਕਿ ਚਲੋ ਹਾਂ ਜੀ ਕਹਿਤਾ ਪਾਸ ਹੋ ਜਾਏਗਾ, ਆਪਣੇ ਬੈਠੇ ਰਹੋ ਆਰਾਮ ਨਾਲ ਜੀ ਪੜ੍ਹੋ, ਨਹੀਂ। ਕਿਉਂਕਿ ਉਹਦੇ ਭਾਗਾਂ 'ਚ ਪੜ੍ਹਾਈ ਲਿਖੀ ਹੁੰਦੀ, ਇਸ ਨੂੰ ਲੱਗਾ ਹੀ ਰਹਿੰਦਾ ਹੈ। ਲੱਗਾ ਹੀ ਰਹਿੰਦਾ ਹੈ, ਕਿਉਂਕਿ ਪਰਮਾਤਮਾ ਨੇ ਲਿਖਿਆ ਹੈ ਤਾਂ ਫਿਰ ਉਹਨੇ ਪੜ੍ਹਨਾ ਹੀ ਪੜ੍ਹਨਾ ਹੈ। ਅਤੇ ਜਿਹਦੇ ਨਹੀਂ ਲਿਖਿਆ ਹੋਇਆ ਉਹਨੇ ਫਿਰ ਨਹੀਂ ਪੜ੍ਹਨਾ, ਚਾਹੇ ਅਮੀਰ ਹੋਵੇ। ਬਥੇਰੇ ਅਮੀਰਾਂ ਦੇ ਬੱਚੇ ਨੇ ਜਿਹੜੇ ਹੱਟ ਹੁੱਟ ਜਾਂਦੇ, ਪੜ੍ਹਦੇ ਨਹੀਂ ਹੈਗੇ। ਕਈ ਮੇਰੇ ਕੋਲ ਆਉਂਦੇ ਰਹਿੰਦੇ ਨੇ। ਹਾਂਜੀ, ਇੱਕ ਜਲੰਧਰ ਦਾ ਪਰਿਵਾਰ ਸੀ ਜੀ, ਉਹ 9ਵੀਂ 'ਚ ਬੱਚਾ ਹੋਇਆ, 8ਵੀਂ ਪਾਸ ਕੀਤੀ, ਕਹਿੰਦਾ ਮੈਂ ਨਹੀਂ ਪੜ੍ਹਦਾ। ਉਹ ਕਹਿੰਦੇ ਦੇਖ, ਅਸੀਂ ਜਾਗੀਰਦਾਰ ਹਾਂ ਇਲਾਕੇ ਦੇ, ਕੱਲ੍ਹ ਨੂੰ ਤੇਰਾ ਵਿਆਹ ਕਰਨ ਵਾਲਾ ਕਿ ਮੁੰਡਾ ਕਿੰਨਾ ਪੜ੍ਹਿਆ ਸੀ? ਗਈ 8 ਪੜ੍ਹੇ। ਉਹ ਉਹਨਾਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਸਨ, ਉਹਨੇ ਮੇਰੇ ਤੋਂ ਅਰਦਾਸ ਕਰਾਈ। ਮੈਂ ਜੀ ਪਾਠ ਕਰਨਾ ਪਏਗਾ। ਕਹਿੰਦੇ ਪਾਠ ਅਸੀਂ ਕਰ ਲਾਂਗੇ। ਉਹਨੇ ਪਾਠ ਦਿੱਤਾ। ਪਾਠ ਕਰਦਿਆਂ ਕਰਦਿਆਂ 9ਵੀਂ ਕਰ ਗਿਆ। ਫਿਰ ਪਾਠ ਕਰਦਿਆਂ ਕਰਦਿਆਂ ਹੌਲੀ 10ਵੀਂ ਕਰ ਗਿਆ। ਪਾਠ ਕਰਦਿਆਂ ਕਰਦਿਆਂ 11ਵੀਂ ਕਰ ਗਿਆ। ਪਾਠ ਕਰਦਿਆਂ ਕਰਦਿਆਂ 12ਵੀਂ ਕਰ ਗਿਆ। 4 ਸਾਲ ਮਾਂ ਪਾਠ ਕਰਦੀ ਰਹੀ। ਉਹ +2 ਗਿਆ। ਹੁਣ ਕਹੀਂ ਦਫਾ ਹੋ, ਹੁਣ ਪੜ੍ਹ ਚਾਹੇ ਨਾ ਪੜ੍ਹ, ਮੇਰੇ ਤੋਂ ਨਹੀਂ ਹੁਣ ਇੰਨੇ ਸਾਲ ਪਾਠ ਕਰ ਹੁੰਦੇ। +2 ਹੋ ਗਿਆ ਕਿ +2 ਤੱਕ ਲਿਖਿਆ ਹੋਇਆ ਸੀ। ਫਿਰ ਬਿਦ ਬਣਨੀ ਸੀ, ਬਿਦ ਬਣਨੀ ਸੀ। ਉਹਨਾਂ ਦਾ ਸੰਬੰਧ ਇੱਥੇ ਪਟਿਆਲੇ ਸੀ, ਉਹਨਾਂ ਦਾ ਅੱਗੇ ਮੇਰਾ ਸੰਬੰਧ ਸੀ। ਉਹ ਪਾਠ ਮਿਲ ਗਿਆ, ਗੁਰੂ ਮਹਾਰਾਜ ਨੇ ਕਿਰਪਾ ਕਰ +2 ਕਰਾਤੇ। ਸੋ ਇਸ ਤਰ੍ਹਾਂ ਜੇ ਪਰਮਾਤਮਾ ਨੇ ਤੁਹਾਡੇ ਭਾਗਾਂ 'ਚ ਵਿੱਦਿਆ ਲਿਖੀ ਹੈ ਤਾਂ ਬਿਦ ਆਪੇ ਉਹਨੇ ਬਣਾਉਣੀ ਹੈ। ਤੁਸੀਂ ਪੜ੍ਹੀ ਜਾਣਾ ਜੋ ਲਿਖਿਆ ਹੋਇਆ। ਜੇ ਸਰਕਾਰੀ ਨੌਕਰੀ ਲਿਖੀ ਹੈ ਤਾਂ ਮਿਲ ਹੀ ਜਾਣੀ ਹੈ। ਇਹ ਨਾ ਸੋਚੋ ਕਿ ਹਾਂਜੀ ਕਿੱਥੋਂ ਸਿਫਾਰਿਸ਼ ਲਿਆਵਾਂਗੇ ਜੀ, ਕਿੱਥੋਂ ਇੰਨੇ ਪੈਸੇ ਲਿਆਵਾਂਗੇ ਜੀ। ਉਹ ਤਾਂ ਜੀ ਨੌਕਰੀ ਦੇ ਰਿਸ਼ਵਤਾਂ ਚੱਲਦੀਆਂ ਜੀ, ਸਿਫਾਰਿਸ਼ਾਂ ਚੱਲਦੀਆਂ ਜੀ, ਮੈਨੂੰ ਕਿਹਨੇ ਪੁੱਛਣਾ ਜੀ। ਨਹੀਂ, ਅਗਰ ਤੁਹਾਡੇ ਭਾਗਾਂ 'ਚ ਲਿਖਿਆ ਤਾਂ ਮਿਲ ਹੀ ਜਾਣੀ ਹੈ। ਆਪਣੇ ਆ ਮੁੰਡਾ ਝਿੱਲ ਦੇ ਕੋਲ ਏਕਤਾ ਕਲੋਨੀ ਦਾ, ਉਹ ਐਵੇਂ ਪੰਜਾਬੀ ਸੀ। ਆ ਦੂਜੇ ਕੋਈ MBA ਸੀ, ਕੋਈ MSc ਸੀ। ਉਹ ਕਹਿੰਦੀ ਇਹਨਾਂ ਨੂੰ ਤਾਂ ਨੌਕਰੀ ਮਿਲ ਜਾਵੇ, ਮੈਨੂੰ ਪੰਜਾਬੀ ਵਾਲਿਆਂ ਨੂੰ ਕਿਹਨੇ ਨੌਕਰੀ ਦੇਣੀ ਹੈ। ਮੈਂ ਨਹੀਂ, ਗੁਰੂ ਮਹਾਰਾਜ ਤੈਨੂੰ ਸਰਕਾਰੀ ਨੌਕਰੀ ਮਿਲੇਗੀ,
ਲੈ ਇਹਨਾਂ ਮੁੰਡੇ ਦੇ ਨਾਲ ਉਹਨੂੰ ਮਿਲ ਗਈ, ਉਹਨੂੰ ਮਿਲ ਗਈ, ਨਾਲੇ ਪਟਿਆਲੇ ਦੇ ਵਿੱਚ ਹੀ ਮਿਲ ਗਈ। ਸੋ ਜੇ ਲਿਖਿਆ ਹੋਇਆ ਹੈ ਤਾਂ ਉਹਨੂੰ ਕੌਣ ਬਦਲ ਸਕਦਾ? ਪਰਮਾਤਮਾ ਲਿਖਦਾ ਤੈਨੂੰ ਸਰਕਾਰੀ ਨੌਕਰੀ ਮਿਲੇਗੀ, ਬਿਨਾਂ ਕਿਸੇ ਸਿਫਾਰਿਸ਼ ਦੇ ਮਿਲ ਗਈ, ਬਿਨਾਂ ਪੈਸੇ ਦੇ ਮਿਲ ਗਈ, ਅਤੇ ਮਿਲ ਵੀ ਆਪਣੇ ਸ਼ਹਿਰ 'ਚ ਗਈ। ਇਹ ਨਹੀਂ ਕਿਤੇ ਦੂਰ ਮਿਲੀ ਜਾ ਕੇ, ਨਾ 2 ਕਿਲੋਮੀਟਰ ਘਰੋਂ ਉਹਦਾ ਦਫ਼ਤਰ ਪੈਂਦਾ ਹੁਣ। ਸੋ ਇਸ ਲਈ ਅਸੀਂ ਸਭ ਕੁਝ ਲਿਖਾ ਕੇ ਲਿਆਏ ਹੋਏ ਹਾਂ, ਸਿਰਫ ਸਾਨੂੰ ਨਾ ਪਤਾ ਹੋਣ ਕਰਕੇ ਸਾਨੂੰ ਹਮੇਸ਼ਾ ਚਿੰਤਾ ਰਹਿੰਦੀ ਹੈ। ਸੋ ਗੁਰਮੁਖ ਲਾਦਾ, ਜਿਹੜਾ ਗੁਰਮੁਖ ਹੁੰਦਾ ਹੈ, ਜਿਹੜਾ ਗੁਰੂ ਦੇ ਆਖੇ ਲੱਗਦਾ, ਉਹਨੂੰ ਕਹਿੰਦੇ ਗੁਰਮੁਖ। ਨਿਰਾ ਗੁਰੂ ਵਾਲਾ ਨਹੀਂ। ਜੇ ਮੰਨ ਲਓ ਕਿ ਬੱਚੇ ਨੇ ਦਾਖਲਾ ਸਕੂਲ 'ਚ ਲੈ ਲਿਆ ਹੈ, ਦਾਖਲਾ ਸਕੂਲ 'ਚ ਲੈ ਲੈਣ ਨਾਲ ਨਿਰੀ ਗੱਲ ਨਹੀਂ ਬਣਦੀ ਜਿੰਨਾ ਚਿਰ ਉਹ ਮਿਹਨਤ ਨਹੀਂ ਕਰਦਾ। ਦਾਖਲਾ ਤਾਂ ਲੈ ਲਿਆ, ਪਰ ਜੇ ਮਿਹਨਤ ਕਰੇਗਾ ਤਾਂ ਹੀ ਪਾਸ ਹੋਵੇਗਾ ਨਾ, ਨਿਰੇ ਦਾਖਲੇ ਨਾਲ ਥੋੜ੍ਹੇ ਪਾਸ ਹੋ ਜਾਏਗਾ। ਇਸੇ ਨਿਰਾ ਗੁਰੂ ਧਾਰਨ ਕਰਨ ਨਾਲ ਕੋਈ ਗੁਰਮੁਖ ਨਹੀਂ ਹੋ ਜਾਂਦਾ, ਗੁਰੂ ਦੇ ਆਖੇ ਲੱਗਣ ਨਾਲ ਗੁਰਮੁਖ ਹੁੰਦਾ ਬੰਦਾ। ਸੋ ਜਿਹੜੇ ਗੁਰਮੁਖ ਨੇ ਉਹ ਨਾਮ ਰਤਨ ਨੂੰ ਲੱਭ ਲੈਂਦੇ ਨੇ, ਪਾਵਨ ਨਾਮ ਰਤਨ ਮਿਲ ਜਾਂਦਾ ਹੈ। ਮਨਮੁਖ ਗਵਾਇਆ, ਜਿਹੜੇ ਮਨਮੁਖ ਨੇ, ਆਪਣੀ ਮਰਜ਼ੀ ਕਰਨ ਵਾਲੇ ਨੇ, ਉਹਨਾਂ ਨੂੰ ਨਾਮ ਰਤਨ ਨਹੀਂ ਮਿਲਦਾ, ਕਿਉਂਕਿ ਮਨਮੁਖ ਨੇ ਹੋ। ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਆਪ ਹੀ ਜੀਵ ਨੂੰ ਆਪਣੇ ਨਾਲ ਵਿਛੋੜਨ ਵਾਲਾ ਹੈ, ਆਪ ਹੀ ਆਪਣੇ ਨਾਲ ਮਿਲਾਉਣ ਵਾਲਾ ਹੈ। ਕਿਉਂਕਿ ਅਸੀਂ ਜਦੋਂ ਕੰਮ ਹੀ ਪੁੱਠੇ ਕਰਨੇ ਨੇ, ਰੱਬ ਨੇ ਸਾਨੂੰ ਆਪਣੇ ਘਰ 'ਚੋਂ ਕੱਢ ਦੇਣਾ, ਕਹਿੰਦਾ ਦਫਾ ਹੋ ਜਾ, ਮੈਨੂੰ ਤਾਂ ਰੱਖ। ਉਹ ਵਿਛੜ ਗਏ ਨਾ, ਪਹਿਲਾਂ ਨਾਲ ਹੀ ਸੀ। ਜਦੋਂ ਰੱਬ ਦੀ ਗੱਲ ਨਹੀਂ ਮੰਨੀ ਤਾਂ ਰੱਬ ਨੇ ਫਿਰ ਸਾਨੂੰ ਬੇਦਖਲ ਕਰਦਾ, ਭੱਜੋ ਕਹਿੰਦਾ। ਅਸੀਂ ਵੀ ਧੱਕੇ ਖਾ ਰਹੇ ਹਾਂ ਹੁਣ। ਫਿਰ ਸਾਨੂੰ ਅਕਲ ਆਵੇਗੀ ਕਦੇ, ਫਿਰ ਗੁਰਮੁਖ ਬਣਾਂਗੇ, ਫਿਰ ਤਰਲੇ ਕੱਢਾਂਗੇ, ਫਿਰ ਭਜਨ ਬੰਦਗੀ ਕਰਾਂਗੇ, ਫਿਰ ਉਹ ਕਹੇਗਾ ਚੰਗਾ ਆ ਜਾਓ ਜੀ ਆਇਆਂ ਨੂੰ, ਫਿਰ ਆਪਾਂ ਮਿਲ ਪਾਂਗੇ। ਬਸ ਆਹੀ ਗੱਲ। ਸਾਡੇ ਕਰਮ ਹੀ ਸਾਨੂੰ ਪਰਮਾਤਮਾ ਤੋਂ ਵਿਛੋੜਦੇ ਨੇ, ਸਾਡੇ ਕਰਮ ਹੀ ਸਾਨੂੰ ਪਰਮਾਤਮਾ ਨਾਲ ਮਿਲਾਉਂਦੇ ਨੇ। ਭੈੜੇ ਕੰਮ ਕਰਾਂਗੇ, ਨਾਮ ਨਹੀਂ ਜਪਾਂਗੇ, ਉਸ ਤੋਂ ਵਿਛੜ ਜਾਵਾਂਗੇ। ਚੰਗੇ ਕੰਮ ਕਰਾਂਗੇ, ਨਾਮ ਜਪਾਂਗੇ, ਉਹਦੇ ਨਾਲ ਮੇਲ ਹੋ ਜਾਏਗਾ। ਅੱਗੇ ਕਹਿੰਦੇ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਤੂੰ ਦਰਿਆ, ਹੇ ਪਰਮਾਤਮਾ ਤੂੰ ਦਰਿਆ ਦੀ ਨਿਆਈ ਹੈ। ਸਭ ਤੁਝ ਹੀ ਮਾਹੇ, ਸਾਰੇ ਤੇਰੇ ਵਿੱਚ ਹੀ ਹਨ। ਜਿਵੇਂ ਮੱਛੀ ਹੈ, ਪਾਣੀ ਦੇ ਵਿੱਚ ਹੀ ਹੁੰਦੀ ਹੈ ਨਾ, ਪਾਣੀ ਦੇ ਵਿੱਚ ਹੀ ਰਹਿੰਦੀ ਹੈ, ਪਾਣੀ ਦੇ ਵਿੱਚ ਹੀ ਬੱਚੇ ਦਿੰਦੀ ਹੈ, ਪਾਣੀ ਦੇ ਵਿੱਚ ਹੀ ਉਹਦੇ ਬੱਚੇ ਪਲਦੇ ਨੇ। ਦੇਖੋ ਸਭ ਕੁਛ ਹੈ, ਪਾਣੀ ਦੇ ਵਿੱਚ ਹੀ ਰਹਿੰਦੀ। ਇਸੇ ਤਰ੍ਹਾਂ ਕਈ ਜੀਵ ਆਕਾਸ਼ 'ਚ ਰਹਿੰਦੇ ਨੇ, ਆਕਾਸ਼ 'ਚ ਹੀ ਰਹਿੰਦੇ ਨੇ, ਆਕਾਸ਼ 'ਚ ਹੀ ਉਹ ਆਂਡੇ ਦਿੰਦੇ ਨੇ, ਆਕਾਸ਼ 'ਚ ਉਹਨਾਂ ਦੇ ਬੱਚੇ ਨਿਕਲਦੇ ਨੇ, ਆਕਾਸ਼ 'ਚ ਹੀ ਉੱਡਦੇ ਰਹਿੰਦੇ। ਬੰਦਾ ਬੜਾ ਹੈਰਾਨ ਹੁੰਦਾ ਹੈ ਵੀ ਆਕਾਸ਼ 'ਚ ਆਂਡੇ ਹੇਠਾਂ ਨਹੀਂ ਡਿੱਗ ਪੈਂਦੇ। ਉਹ ਸੋਚਦਾ ਵੀ ਆਕਾਸ਼ 'ਚ ਆਂਡੇ ਦਿੱਤੇ, ਹੇਠਾਂ ਨਹੀਂ ਡਿੱਗ ਪੈਂਦੇ। ਮੱਛੀ ਪਾਣੀ 'ਚ ਰਹਿੰਦੀ ਹੈ ਅਤੇ ਫਿਰ ਕਿਵੇਂ ਉਹਦੇ ਬੱਚੇ ਪਲਦੇ ਨੇ ਵੀ ਪਾਣੀ 'ਚ। ਹਾਂਜੀ, ਉਹ ਸਿਸਟਮ ਹੀ ਪਰਮਾਤਮਾ ਨੂੰ ਇਹੋ ਜਿਹਾ ਬਣਾਇਆ ਹੋਇਆ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੂੰ ਦਰਿਆ ਹੈ, ਤੂੰ ਦਰਿਆ ਦੀ ਨਿਆਈ ਹੈ, ਸਾਰੇ ਤੇਰੇ ਵਿੱਚ ਹੀ ਹਨ, ਤੇਰੇ ਤੋਂ ਬਾਹਰ ਨਹੀਂ ਕੋਈ ਹੈਗਾ। ਤੂੰ ਦਰਿਆ ਹੈ ਅਤੇ ਸਾਰੇ ਤੇਰੇ ਵਿੱਚ ਹਨ। ਤੁਝ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾਂ ਹੋਰ ਕੋਈ ਤੇਰੇ ਵਰਗਾ ਹੈ ਹੀ ਨਹੀਂ। ਪਰਮਾਤਮਾ ਤਾਂ ਦੋ ਹੈ ਨਹੀਂ, ਇੱਕੋ ਹੀ ਹੈ, ਅਤੇ ਉਹਦੇ ਵਰਗਾ ਹੋਰ ਕੋਈ ਹੈ ਨਹੀਂ। ਜੇ ਉਹਦਾ ਵਰਗਾ ਕੋਈ ਹੋਰ ਹੁੰਦਾ ਫਿਰ ਆਪਾਂ ਕਹਦੇ ਪਰਮਾਤਮਾ ਇਹੋ ਜਿਹਾ ਜੀ, ਫਿਰ ਆਪਾਂ ਕਹਿ ਸਕਦੇ ਸੀ ਕਿ ਪਰਮਾਤਮਾ ਇਹੋ ਜਿਹਾ ਹੈ। ਹੁਣ ਦੂਜਾ ਉਹਦੇ ਵਰਗਾ ਹੈ ਹੀ ਕੋਈ ਨਹੀਂ। ਇਹੀ ਕਾਰਨ ਹੈ ਕਿ ਆਪਾਂ ਜਿਨ੍ਹਾਂ ਨੇ ਪਰਮਾਤਮਾ ਦੇ ਦਰਸ਼ਨ ਕਰ ਲੈਣੇ, ਉਹ ਦੱਸ ਹੀ ਨਹੀਂ ਸਕੇ ਕਿ ਪਰਮਾਤਮਾ ਕਿਹੋ ਜਿਹਾ। ਦੱਸਣ ਲਈ ਜ਼ਰੂਰੀ ਹੈ ਕਿ ਕੋਈ ਹੋਰ ਉਹੋ ਜਿਹਾ ਹੋਵੇ ਤਾਂ ਦੱਸਿਆ ਜਾ ਸਕਦਾ। ਉਹ ਹੈ ਹੀ ਇਕੱਲਾ। ਤੁਝ ਬਿਨ ਦੂਜਾ ਨਾਹੀਂ, ਤੁਝ ਬਿਨ ਦੂਜਾ ਕੋਈ ਨਾ ਹੈ, ਤੇਰੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਹੈ। ਜੀ ਜੰਤ ਸਭ ਤੇਰਾ ਖੇਲ, ਇਹ ਸਾਰੇ ਜੀ ਜੰਤੂ ਤੇਰਾ ਖੇਲ ਨੇ। ਇਹ ਤਾਂ ਤੇਰੀ ਇੱਕ ਖੇਡ ਹੈ, ਤੇਰਾ ਇੱਕ ਤਮਾਸ਼ਾ ਹੈ।
ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜਦੋਂ ਵਿਯੋਗ ਦਾ ਸਮਾਂ ਆ ਜਾਂਦਾ ਹੈ, ਵਿਛੋੜੇ ਦਾ ਸਮਾਂ ਆ ਜਾਂਦਾ ਹੈ, ਤਾਂ ਮਿਲੇ ਹੋਏ ਬੰਦੇ ਵੀ ਆਪਸ 'ਚ ਵਿਛੜ ਜਾਂਦੇ ਨੇ। ਜਦੋਂ ਸੰਯੋਗ ਦਾ ਸਮਾਂ ਆ ਜਾਂਦਾ ਹੈ, ਵਿਛੜੇ ਹੋਏ ਵੀ ਮਿਲ ਪੈਂਦੇ ਨੇ। ਵਿਯੋਗ ਹੋਣੇ, ਹੁਣ ਮੰਨ ਲਓ ਪੁੱਤਰ ਹੈਗਾ, ਨਾਲ ਮਿਲਿਆ ਹੋਇਆ ਕੋਲ ਰਹਿੰਦਾ, ਪਰ ਉਹਦੀ ਉਮਰ ਪੂਰੀ ਹੋ ਗਈ ਹੈ, ਹੁਣ ਉਹ ਵਿਛੜ ਗਿਆ ਹੈ, ਕਿਉਂਕਿ ਵਿਯੋਗ ਦਾ ਵਿਛੋੜੇ ਦਾ ਸਮਾਂ ਆ ਗਿਆ ਹੈ। ਸਮਾਂ ਆ ਗਿਆ, ਉਹਦੀ ਡੈਥ ਹੋ ਗਈ, ਉਹ ਸਾਡੇ ਤੋਂ ਵਿਛੜ ਗਿਆ ਹੈ। ਫਿਰ ਕਈ ਵਾਰੀ ਪੁੱਤਰ ਰੁੱਸ ਕੇ ਚਲਿਆ ਜਾਂਦਾ ਕਿਤੇ, ਕਿੰਨੀ ਦੇਰ ਆਉਂਦਾ ਹੀ ਨਹੀਂ, ਮਾਂ ਪਿਓ ਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਪੁੱਤਰ ਜਿਉਂਦਾ ਹੈ ਕਿ ਮਰ ਗਿਆ ਹੈ। ਫਿਰ ਅਚਾਨਕ ਕਦੇ ਮੇਲ ਹੋ ਜਾਂਦਾ ਹੈ, ਫਿਰ ਮਾਂ ਪਿਓ ਦਾ ਉਹਦੇ ਨਾਲ ਮੇਲ ਹੋ ਜਾਂਦਾ, ਬਸ ਸਮਾਂ ਆ ਗਿਆ ਮੇਲ ਦਾ, ਵਿਛੜੇ ਹੋਏ ਮਿਲ ਪਏ। ਜਦੋਂ ਵਿਛੋੜੇ ਦਾ ਸਮਾਂ ਆਉਂਦਾ ਤਾਂ ਮਿਲੇ ਹੋਏ ਵਿਛੜ ਜਾਂਦੇ ਨੇ। ਇਹ ਤਾਂ ਸੰਜੋਗ ਜੋ ਤਾਂ ਕਹਿੰਦਾ, ਸੰਜੋਗ ਵਿਯੋਗ ਦੋਏ ਕਾਰ ਚਲਾਵੇਂ, ਲੇਖੇ ਆਵੇਂ ਭਾਗ। ਸੋ ਸੰਜੋਗ ਕਾਰਨ ਮਨੁੱਖ ਇੱਥੇ ਜਨਮ ਲੈਂਦਾ ਹੈ, ਵਿਯੋਗ ਕਾਰਨ ਸੰਸਾਰ ਤੋਂ ਉੱਠ ਕੇ ਚਲਿਆ ਜਾਂਦਾ ਹੈ। ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਸ ਨੂੰ ਤੂੰ ਜਾਣਾਏ, ਅਸੀਂ ਨਹੀਂ ਪਰਮਾਤਮਾ ਨੂੰ ਜਾਣ ਸਕਦੇ, ਪਰਮਾਤਮਾ ਹੀ ਆਪਣੇ ਆਪ ਨੂੰ ਸਾਨੂੰ ਜਣਾਉਂਦਾ ਹੈ। ਜਿਸ ਨੂੰ ਤੂੰ ਜਾਣਾਏ, ਜਿਵੇਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਗਏ ਤਾਂ ਪੀਰ ਦਸਤਗੀਰ ਕਹਿੰਦਾ ਵੀ ਅੱਲਾ ਨੇ ਤਾਂ ਕਿਹਾ ਵੀ ਕੁਰਾਨ ਸ਼ਰੀਫ 'ਚ ਲਿਖਿਆ ਵੀ 7 ਆਕਾਸ਼ ਨੇ 7 ਪਤਾਲ ਨੇ। ਮੁਹੰਮਦ ਸਾਹਿਬ ਨੇ ਲਿਖਿਆ ਵੀ 7 ਆਕਾਸ਼ ਨੇ 7 ਪਤਾਲ ਨੇ। ਤੁਸੀਂ ਕਹਿੰਦੇ ਲੱਖੇ ਆਕਾਸ਼ ਨੇ ਲੱਖੇ ਪਤਾਲ ਨੇ, ਦੋਨਾਂ 'ਚ ਕੌਣ ਠੀਕ ਹੈ? ਗੁਰੂ ਮਹਾਰਾਜ ਕਹਿੰਦੇ ਗਲਤ ਅਤੇ ਠੀਕ ਦੀ ਗੱਲ ਨਹੀਂ ਪੀਰ ਜੀ। ਮੁਹੰਮਦ ਸਾਹਿਬ ਨੂੰ ਪਰਮਾਤਮਾ ਨੇ 7 ਆਕਾਸ਼ ਅਤੇ 7 ਪਤਾਲ ਵਿਖਾਏ, ਉਹਨਾਂ ਨੇ 7 ਆਕਾਸ਼ ਅਤੇ 7 ਪਤਾਲ ਲਿਖਤੇ। ਸਾਨੂੰ ਪਰਮਾਤਮਾ ਨੇ ਲੱਖੇ ਆਕਾਸ਼ ਲੱਖੇ ਪਤਾਲ ਵਿਖਾਏ ਨੇ, ਇਸ ਲਈ ਅਸੀਂ ਲੱਖਾਂ ਲਿਖਦੇ ਨੇ, ਇਹ ਅਸੀਂ ਲੱਖਾਂ ਲਿਖਦੇ ਨੇ। ਇਸ ਲਈ ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ। ਇਹ ਪਰਮਾਤਮਾ ਜਿਸ ਨੂੰ ਤੂੰ ਆਪਣੇ ਬਾਰੇ ਸੋਝੀ ਦਿੰਦਾ ਨਾ, ਉਹੀ ਤੈਨੂੰ ਜਾਣ ਸਕਦਾ ਕਿ ਤੂੰ ਕੌਣ ਹੈ। ਉਹੀ ਜਣਾਉਂਦਾ, ਉਹੀ ਸੋਝੀ ਦਿੰਦਾ ਹੈ, ਫਿਰ ਜੀਵ ਨੂੰ ਉਹਦੇ ਬਾਰੇ ਪਤਾ ਲੱਗਦਾ ਹੈ। ਹਰ ਗੁਣ ਸਦ ਹੀ ਆਖ ਵਖਾਣ। ਫਿਰ ਜਿਸ ਨੂੰ ਤੂੰ ਜਣਾਉਂਦਾ ਨਾ, ਆਪਣੇ ਬਾਰੇ ਦੱਸਦਾ ਹੈ, ਫਿਰ ਉਹ ਸਦਾ ਹੀ ਤੇਰੇ ਗੁਣ ਗਾਉਂਦਾ ਹੈ। ਹਰ ਗੁਣ ਸਦ ਹੀ ਆਖ ਵਖਾਣ, ਉਹ ਸਦਾ ਹੀ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਦੇਖੋ ਜਿਸ ਨੇ ਵੀ, ਜਿਨ ਨੰਨੇ ਨਸਿਆਰੀ ਹੈ, ਇਹਦਾ ਮਤਲਬ ਇੱਕ ਵਚਨ ਹੋ ਗਿਆ ਹੈ। ਜਿਨ ਜਿਸ ਨੇ ਸੇਵਿਆ ਮੈਨੇ ਸਿਮਰਨ ਕੀਤਾ, ਜਿਨ ਹਰ ਸੇਵਿਆ, ਜਿਸ ਨੇ ਹਰੀ ਦਾ ਸਿਮਰਨ ਕੀਤਾ, ਤਿੰਨ ਨੰਨੇ ਨਸਿਆਰੀ ਪਾ ਕੇ ਇੱਕ ਵਚਨ ਬਣਾਇਆ, ਤਿੰਨ ਸੁਖ ਪਾਇਆ, ਉਸ ਨੂੰ ਸੁਖ ਦੀ ਪ੍ਰਾਪਤੀ ਹੋਈ। ਜੇ ਵਿਆਕਰਨ ਦਾ ਗਿਆਨ ਨਹੀਂ ਤਾਂ ਅਰਥ ਕਰਨਗੇ ਜਿਨ੍ਹਾਂ ਨੇ ਹਰੀ ਦਾ ਸਿਮਰਨ ਕੀਤਾ ਉਹਨਾਂ ਨੂੰ ਸੁਖ ਮਿਲਿਆ, ਇਸ ਤਰ੍ਹਾਂ ਕਰ ਦੇਣਗੇ ਅਰਥ। ਪਰ ਜੇ ਵਿਆਕਰਨ ਦਾ ਗਿਆਨ ਹੈ ਕਿ ਜਿਨ ਇੱਕ ਵਚਨ ਹੈ ਵੀ ਜਿਸ ਨੇ ਹਰੀ ਦਾ ਸਿਮਰਨ ਕੀਤਾ ਉਸ ਨੇ ਸੁਖ ਪਾਇਆ। ਤੁਸੀਂ ਵੀ ਸੁਖੀ ਹੋਣਾ ਚਾਹੁੰਦੇ ਹੋ, ਫਿਰ ਕਰੋ ਸਿਮਰਨ। ਜਿਨ੍ਹਾਂ ਨੇ ਕੀਤਾ ਕਿ ਉਹਨਾਂ ਨੇ ਸੁਖ ਪਾਇਆ। ਹੁਣ ਅਸੀਂ ਤੁਸੀਂ ਨਹੀਂ ਕਹਿ ਰਹੇ, ਇਹ ਗੱਲ ਗੁਰੂ ਮਹਾਰਾਜ ਕਹਿ ਰਹੇ ਨੇ, ਇਹ ਗੱਲ ਗੁਰੂ ਮਹਾਰਾਜ ਕਹਿ ਰਹੇ ਨੇ, ਅਤੇ ਜੋ ਕਹਿ ਰਹੇ ਨੇ ਫਿਰ ਸੱਚ ਕਹਿ ਰਹੇ ਨੇ। ਗੱਲਾਂ ਹੀ 2000 ਯਾਦ ਰੱਖਣੀਆਂ। ਬਾਣੀ 'ਚ ਜੋ ਲਿਖਿਆ ਸੱਚ ਲਿਖਿਆ, ਅਤੇ ਬਾਣੀ 'ਚ ਜੋ ਲਿਖਿਆ ਮੇਰੇ ਫਾਇਦੇ ਲਈ ਲਿਖਿਆ, ਬਸ ਆਹ ਸੋਚਣਾ। ਜਦੋਂ ਵੀ ਬਾਣੀ ਪੜ੍ਹਨੀ ਹੈ, ਬਾਣੀ 'ਚ ਜੋ ਲਿਖਿਆ ਸੱਚ ਲਿਖਿਆ, ਅਤੇ ਜੋ ਲਿਖਿਆ ਮੇਰੇ ਭਲੇ ਲਈ ਲਿਖਿਆ। ਅਤੇ ਜੇ ਤੁਸੀਂ ਭਲਾ ਚਾਹੁੰਦੇ ਹੋ ਤਾਂ ਫਿਰ ਗੁਰਬਾਣੀ ਦੇਖੋ ਕਹਿ ਰਹੀ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਸ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ ਉਸੇ ਨੂੰ ਸੁੱਖ ਮਿਲ ਗਿਆ। ਅਤੇ ਤੁਸੀਂ ਵੀ ਸਿਮਰਨ ਕਰ ਲਓ, ਤੁਸੀਂ ਵੀ ਸੁਖੀ ਹੋ ਜਾਓ, ਕੋਈ ਜ਼ਰੂਰੀ ਦੁਖੀ ਰਹਿਣਾ, ਪਰ ਨਹੀਂ ਕਰਨਾ ਨਹੀਂ ਹੈ।
ਹੁਣ ਪਤਾ ਲੱਗ ਗਿਆ, ਜਿੰਨੇ ਵੀ ਕਥਾ ਸੁਣ ਰਹੇ ਨੇ ਇਸ ਵੇਲੇ ਸੈਂਕੜੇ ਲੋਕ, ਜਾਂ YouTube 'ਤੇ ਕੱਲ੍ਹ ਨੂੰ ਸੁਣਨਗੇ, ਸਾਰਾ ਪਤਾ ਲੱਗ ਗਿਆ। ਪਰ ਦੇਖਦੇ ਕਿੰਨੇ ਕਿੰਨੇ ਕੁ ਸਿਮਰਨ ਕਰਦੇ ਨੇ। ਦੋ ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਦੂਰ ਬੁਲਾਈ, ਦੋ ਛਿੱਤਰ ਪਏ ਵਿਸਰ ਵਿਸਰ ਗਏ। ਬੰਦਾ ਭੁੱਲ ਭੁਲਾ ਜਾਂਦਾ। ਇਹਨੂੰ ਆਪਣਾ ਲਾਭ ਵੀ ਨਹੀਂ ਯਾਦ ਰਹਿੰਦਾ, ਵੀ ਕਿਸ ਗੱਲ 'ਚ ਮੇਰਾ ਲਾਭ ਹੈ। ਘੱਟ ਤੋਂ ਘੱਟ ਉਹ ਤਾਂ ਤੂੰ ਯਾਦ ਰੱਖ ਲੈ, ਅਤੇ ਉਸ ਤਰ੍ਹਾਂ ਕਰ। ਤੂੰ ਭਜਨ ਬੰਦਗੀ ਕਰੋ, ਦੁਖੀ ਹੋਣ ਦੀ ਲੋੜ ਨਹੀਂ ਹੈਗੀ। ਭਜਨ ਬੰਦਗੀ ਕਰੋ, ਪਰਮਾਤਮਾ ਆਪੇ ਤੁਹਾਡੇ ਕਾਰਜ ਸਵਾਰ ਦੇਗਾ। ਜਦੋਂ ਕਾਰਜ ਸਮਰ ਗਿਆ ਆਪੇ ਸੁਖੀ ਹੋ ਜਾਓਗੇ। ਹੋਰ ਉੱਥੇ ਕੀ ਹੈ? ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਹਰੀ ਦੇ ਨਾਮ ਰਾਹੀਂ ਉਹ ਸਹਿਜੇ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ, ਸਮਾਇਆ, ਪਰਮਾਤਮਾ ਦੇ ਵਿੱਚ ਸਮਾ ਗਿਆ। ਹਰ ਨਾਮ, ਹਰੀ ਦੇ ਨਾਮ ਰਾਹੀਂ ਉਹ ਸਹਿਜੇ ਹੀ ਹਰੀ ਦੇ ਨਾਮ ਰਾਹੀਂ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਿਆ। ਜਦੋਂ ਅਸੀਂ ਨਾਮ ਜਪਦੇ ਰਹਾਂਗੇ, ਜਪਦੇ ਰਹਾਂਗੇ, ਜਪਦੇ ਰਹਾਂਗੇ, ਪਰਮਾਤਮਾ ਵਰਗੇ ਹੋ ਜਾਵਾਂਗੇ। ਜਦੋਂ ਉਹਦੇ ਵਰਗੇ ਹੋ ਜਾਵਾਂਗੇ, ਉਹਦੇ ਵਿੱਚ ਹੀ ਰਲ ਜਾਵਾਂਗੇ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈਂ, ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਤੂੰ ਆਪੇ ਕਰਤਾ, ਤੂੰ ਆਪ ਹੀ ਕਰਤਾ ਹੈ। ਸਭ ਕੁਝ ਬਣਾਉਣ ਵਾਲਾ ਹੈ। ਕਰਤਾ ਕਿਹਨੂੰ ਕਹਿੰਦੇ? ਬਣਾਉਣ ਵਾਲਾ, ਮੇਕਰ। ਤੂੰ ਆਪੇ ਕਰਤਾ, ਤੂੰ ਆਪ ਹੀ ਕਰਤਾ ਹੈ। ਤੂੰ ਆਪ ਹੀ ਸਭ ਕੁਝ ਬਣਾਉਣ ਵਾਲਾ ਹੈ। ਤੇਰਾ ਕੀਆ ਸਭ ਹੋਏ। ਤੇਰਾ ਕੀਤਾ ਹੀ ਸਭ ਕੁਛ ਹੋ ਰਿਹਾ ਹੈ। ਜੋ ਤੂੰ ਕਰ ਰਿਹਾ ਹੈ ਜਾਂ ਜੋ ਤੂੰ ਕੀਤਾ ਉਹੀ ਹੋ ਰਿਹਾ ਹੈ, ਕਿਉਂਕਿ ਤੂੰ ਕਰਤਾ ਹੈ, ਤੂੰ ਕਰਨ ਵਾਲਾ ਹੈ। ਜੋ ਕਰਦਾ ਉਹੀ ਹੁੰਦਾ। ਤੁਧ ਬਿਨ ਦੂਜਾ ਅਵਰ ਨ ਕੋਏ। ਤੇਰੇ ਤੋਂ ਬਿਨਾਂ ਦੂਜਾ ਤੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ। ਤੇਰੇ ਤੋਂ ਬਿਨਾਂ ਤੇਰੇ ਵਰਗਾ ਹੋਰ ਕੋਈ ਦੂਜਾ ਹੈ ਹੀ ਨਹੀਂ ਹੈਗਾ। ਤੂੰ ਕਰ ਕਰ ਵੇਖੈਂ, ਜਾਣੈ ਸੋਏ। ਤੂੰ ਜੀਵਾਂ ਨੂੰ ਪੈਦਾ ਕਰਦਾ, ਫਿਰ ਉਹਨੂੰ ਵੇਖਦਾ, ਫਿਰ ਉਹਨੂੰ ਜਾਣਦਾ ਹੈ। ਘਟ ਘਟ ਕੀ ਜਾਣਦਾ ਹੈ। ਉਹ ਜੀਵਾਂ ਨੂੰ ਪੈਦਾ ਕਰਨ ਵਾਲਾ ਵੀ ਹੈ, ਫਿਰ ਉਹਨਾਂ ਦੀ ਦੇਖਭਾਲ ਵੀ ਕਰਦਾ ਹੈ। ਇਹ ਨਹੀਂ ਕਿ ਨਿਰਾ ਪੈਦਾ ਕੀਤਾ ਅਤੇ ਆਪ ਸ਼ਰਾਬਾਂ ਪੀ ਕੇ ਰਾਤ ਨੂੰ 10-11 ਵਜੇ ਵਿੰਗੇ ਟੇਢੇ ਹੋ ਕੇ ਤੁਰਦੇ ਆ ਰਹੇ ਨੇ। ਮੈਂ ਇੱਕ ਵਾਰੀ ਪਿੰਡ ਤੋਂ ਆ ਰਿਹਾ ਕਾਰ 'ਚ, ਨਾਲ ਹੀ ਡਰਾਈਵਰ ਦੀ ਸੀਟ 'ਤੇ ਨਾਲ ਬੈਠਾ, ਅੱਗੇ ਇੱਕ ਕਮਲੀ ਹੋਣਾ, ਕੋਈ ਗੋਲੀਆਂ ਖਾਧੀਆਂ ਹੋਣਗੀਆਂ ਸ਼ਾਇਦ। ਕਦੇ ਸੜਕ ਦੇ ਇੱਧਰਲੇ ਪਾਸੇ ਨੂੰ ਜਾਂਦਾ, ਕਦੇ ਇੱਧਰ ਨੂੰ ਜਾਂਦਾ, ਇੱਧਰ। ਮੈਂ ਕਿਹਾ ਭਾਈ ਧਿਆਨ ਨਾਲ ਚਲਾਈ, ਇਹ ਜੇ ਮਰ ਗਿਆ ਸਿਆਪਾ ਸਾਡੇ ਲਈ ਖੜ੍ਹਾ ਹੋ ਜਾਏਗਾ ਵੀ ਇਹਨਾਂ ਨੇ ਮਾਰਤਾ। ਇਸ ਲਈ ਆਰਾਮ ਨਾਲ ਇਹਦੇ ਕੋਲੋਂ ਲੰਘ ਜਾਓ ਚੁੱਪ ਕਰਕੇ। ਸੋ ਇਹ ਹੈ ਕਿ ਹੁਣ ਬੱਚੇ ਤਾਂ ਉਹਦੇ ਵੀ ਹੋਣਗੇ, ਕੀ ਪਾਲਦਾ ਹੋਏਗਾ ਅਤੇ ਕਿਹੜਾ ਉਡੀਕ ਉਹਦੀ ਕਰਦੇ? ਬਾਪੂ ਆਉਣ ਵਾਲਾ ਜੀ, ਹਾਂਜੀ ਬਾਪੂ ਨੂੰ ਜੱਫੀਆਂ ਪਾਓ ਜੀ, ਇਹੋ ਜਿਹੇ ਬਾਪੂ ਨੂੰ ਜੇ ਸਿੱਧੇ ਨਹੀਂ ਤੁਰੇ, ਕਿਉਂ? ਨਸ਼ਾ ਕੀਤਾ ਹੁੰਦਾ, ਵਿੰਗੇ ਟੇਢੇ ਜਿਹੇ ਤੁਰਦੇ ਨੇ। ਮੈਂ ਤਾਂ ਇੱਕ ਬੰਦਾ ਵੇਖ, ਸਾਡੇ ਕਿਰਾਏਦਾਰ ਸਨ। ਲਓ ਜੀ, ਰਾਤ ਦੇ 10 ਕੁ ਵਜੇ, ਸਰਦੀਆਂ ਦਾ ਮੌਸਮ ਸੀ, ਰਿਕਸ਼ਾ ਆ ਕੇ ਬੂਹੇ ਖੜ੍ਹਾ, ਦਰਵਾਜ਼ਾ ਖੜਕਾਇਆ। ਮੈਂ ਉੱਠਿਆ, ਦਰਵਾਜ਼ਾ ਖੁੱਲ੍ਹਾ। ਮੈਂ ਹਾਂ ਜੀ, ਕਿਹਨੂੰ ਮਿਲਣਾ ਹੈ? ਕਹੇ ਜੀ ਸਰਦਾਰ ਦਰਸ਼ਨ ਸਿੰਘ, ਉਹਦਾ ਰਹਿੰਦੇ ਸਾਡੇ ਕਿਰਾਏਦਾਰ। ਕਹੇ ਉਹਨਾਂ ਨੂੰ ਮਿਲਣਾ ਜੀ। ਮੈਂ ਉਹਨੂੰ ਜਾ ਕੇ, ਕੋਈ ਪ੍ਰਾਹੁਣਾ ਆਇਆ ਜੀ। ਉਹ ਬਾਹਰ ਆਏ, ਦੇਖਿਆ ਉਹਨਾਂ ਦਾ ਜੀਜਾ ਸੀ ਉਹ ਜਿਹੜਾ ਆਇਆ, ਪਰ ਉਹਨੇ ਸ਼ਰਾਬ ਪੀਤੀ ਹੋਈ। ਜਿਹੜਾ ਰਿਕਸ਼ੇ ਵਾਲਾ ਸੀ ਉਹਨੂੰ ਕਹਿੰਦੇ ਤੂੰ ਕਿੱਥੋਂ ਲੈ ਕੇ ਇਹਨੂੰ? ਕਹਿੰਦੇ ਜੀ ਮੈਂ ਬੱਸ ਸਟੈਂਡ ਤੋਂ ਲੈ ਕੇ ਆਇਆ। ਕਹਿੰਦੇ ਕਿੰਨੇ ਪੈਸੇ? 10 ਰੁਪਏ। ਕਹਿੰਦੇ ਆਹ ਲੈ 10 ਰੁਪਏ। ਇਹਨੂੰ ਜਿੱਥੋਂ ਲੈ ਕੇ ਨਾ ਉੱਥੇ ਛੱਡਿਆ। ਮੈਂ ਹੱਕਾ ਬੱਕਾ ਰਹਿ ਗਿਆ ਵੀ ਸਕਾ ਜੀਜਾ ਹੈ ਅਤੇ ਇਹਨੇ ਅੰਦਰ ਨਹੀਂ ਵੜਨ ਦਿੱਤਾ। ਕਹਿੰਦਾ ਆਹ ਲੈ 10 ਰੁਪਏ, ਮੇਰੇ ਸਾਹਮਣੇ ਰਿਕਸ਼ੇ 10 ਰੁਪਏ ਦਿੱਤੇ। ਉਹ ਉਸੇ 'ਤੇ ਰਿਕਸ਼ੇ 'ਤੇ ਬਿਠਾ ਕੇ ਮੋੜ ਕੇ ਲੈ ਗਿਆ ਉਹਨੂੰ। ਮੈਂ ਪੁੱਛਿਆ ਭਾਅ ਜੀ ਕੌਣ? ਕਹਿੰਦਾ ਮੇਰੇ ਜੀਜਾ ਜੀ ਸਨ। ਕਹਿੰਦਾ ਇਹਨੂੰ ਨਹੀਂ ਪਤਾ ਵੀ ਅਸੀਂ ਸ਼ਰਾਬ ਨਹੀਂ ਪੀਂਦੇ ਸੀ, ਵੈਸ਼ਨੂੰ, ਇਹ ਕਿਉਂ ਸ਼ਰਾਬ ਪੀ ਕੇ ਸਾਡੇ ਘਰ ਆਇਆ? ਜੇ ਤਾਂ ਨਾ ਪਤਾ ਹੋਵੇ ਤਾਂ ਹੈ। ਇਹਨੂੰ ਜੇ ਪਤਾ ਹੈ ਵੀ ਅਸੀਂ ਵੈਸ਼ਨੂੰ ਹਾਂ, ਅਸੀਂ ਸ਼ਰਾਬ ਨਹੀਂ ਪੀਂਦੇ, ਭਾਵੇਂ ਮੇਰਾ ਜੀਜਾ ਲੱਗਦਾ, ਕਿਉਂ ਪੀ ਗਿਆ ਹੈ ਮੁੜਦਾ?
5-6 ਮਹੀਨਿਆਂ ਬਾਅਦ ਇੱਕ ਜੋਗੀ ਰੰਗ ਦਾ ਕੱਪਾ ਹੈ ਆ ਗਿਆ ਜੀ। ਦਰਵਾਜ਼ਾ ਖੜਕਾਇਆ, ਮੈਂ ਇੱਕ ਨੂੰ ਮਿਲਣਾ ਕਿ ਮੈਂ ਦਰਸ਼ਨ ਸਿੰਘ ਮਿਲਿਆ। ਮੈਂ ਠਹਿਰੋ ਜੀ, ਮੈਨੂੰ ਸੱਦ ਕੇ ਲਿਆ। ਕਹਿੰਦੇ ਆਓ ਜੀ ਜੀਜਾ ਜੀ, ਆਓ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਜੱਫੀ ਪਾ ਲਈ, ਸਾਧ ਬਣ ਗਿਆ, ਸਭ ਛੁੱਟ ਗਿਆ ਪੀਣਾ ਪੂਣਾ। ਸੋ ਕਰ ਕਰ ਵੇਖੈ ਜਾਣੈ ਸੋਏ, ਜਾਂ ਨਾਨਕ ਗੁਰਮੁਖ ਪ੍ਰਗਟ ਹੋਏ। ਸੋ ਪਰਮਾਤਮਾ ਪੈਦਾ ਵੀ ਕਰਦਾ ਹੈ, ਫਿਰ ਵੇਖਦਾ ਵੀ ਹੈ, ਸਭ ਨੂੰ ਜਾਣਦਾ ਵੀ ਹੈ। ਸੋ ਮੇਰੇ ਸੁਣਾਉਣ ਤੋਂ ਭਾਵ ਇਹ ਸੀ ਵੀ ਜਿਹੜੇ ਨਸ਼ਈ ਲੋਕ ਨੇ ਇਹ ਕੀ ਆਪਣੇ ਬੱਚਿਆਂ ਨੂੰ ਪਾਲਦੇ ਹੋਣਗੇ, ਰੋਂਦੇ ਹੋਣਗੇ ਇਹਨਾਂ ਦੀ ਜਾਨ ਨੂੰ ਵੀ, ਕਿੱਥੇ ਸਾਨੂੰ ਇਹੋ ਜਿਹੇ ਬਾਪੂ ਮਿਲ ਗਿਆ। ਜਾਂ ਨਾਨਕ ਗੁਰਮੁਖ ਪ੍ਰਗਟ ਹੋਏ। ਪਰਮਾਤਮਾ ਹੈ ਤਾਂ ਸਾਰਿਆਂ ਵਿੱਚ, ਕਿਉਂਕਿ ਉਹ ਕਰਤਾ ਹੈ, ਉਹ ਪੁਰਖ ਵੀ ਹੈ, ਉਹ ਸਭ ਦੇ ਵਿੱਚ ਹੈ। ਪਰ ਪ੍ਰਗਟ ਕਦੋਂ ਹੁੰਦਾ? ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਉਹ ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਪਰਮਾਤਮਾ ਹੈ ਸਾਰਿਆਂ ਦੇ ਵਿੱਚ, ਕੀੜੇ ਤੋਂ ਲੈ ਕੇ ਹਾਥੀ ਤੱਕ ਹਰ ਇੱਕ ਚੀਜ਼ ਦੇ ਵਿੱਚ ਪਰਮਾਤਮਾ ਹੈ। ਜਾਣਦਾਰ ਚੀਜ਼ ਵੀ ਹੈ, ਬੇਜਾਣ ਚੀਜ਼ ਦੇ ਵਿੱਚ ਵੀ ਹੈ। ਪਰ ਧਰਮ ਅਨੁਸਾਰ 84 ਲੱਖ ਜੂਨੀਆਂ ਨੇ, ਸਿਰਫ ਇੱਕੋ ਇੱਕ ਜੂਨੀ ਮਨੁੱਖਾ ਜੂਨੀ ਹੈ ਜਿਹੜੀ ਆਪਣੇ ਅੰਦਰ ਪਰਮਾਤਮਾ ਨੂੰ ਪ੍ਰਗਟ ਕਰ ਸਕਦੀ ਹੈ, ਬਾਕੀ ਕੋਈ ਜੂਨੀ ਨਹੀਂ ਕਰ ਸਕਦੀ। ਪਰਮਾਤਮਾ ਹੈ ਸਾਰਿਆਂ ਦੇ ਵਿੱਚ, ਔਰ ਗੁਪਤ ਰੂਪ ਦੇ ਵਿੱਚ ਬੈਠਾ ਹੈ। ਹੁਣ ਜਿਹੜੇ ਉਹਨੂੰ ਪ੍ਰਗਟ ਕਰ ਲੈਂਦੇ ਨੇ ਬਸ ਉਹ ਮਾਲਾ ਮਾਲ ਹੋ ਜਾਂਦੇ ਨੇ, ਕਿਉਂਕਿ ਦਾਤਾ ਹੀ ਪ੍ਰਗਟ ਕਰ ਲਿਆ, ਬਾਕੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਇਸ ਲਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਪਰਮਾਤਮਾ ਗੁਰੂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਅੱਗੇ ਕਹਿੰਦੇ ਆਸਾ ਮਹਿਲਾ ਪਹਿਲਾ। ਬਾਣੀ ਦਾ ਨਾਮ, ਰਾਗ ਦਾ ਨਾਮ ਆਸਾ, ਮਹਿਲਾ ਪਹਿਲਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਲੇ, ਮਨ ਏਕ ਨ ਚੇਤਸ ਮੂੜ ਮਨ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਤਿਤ ਹੁੰਦਾ ਉਸ, ਸਰ ਵਰੜੈ ਹੁੰਦਾ ਸੰਸਾਰ ਰੂਪੀ ਸਰੋਵਰ। ਸੰਸਾਰ ਨੂੰ ਇਹ ਸਮੁੰਦਰ ਵੀ ਕਿਹਾ, ਸੰਸਾਰ ਨੂੰ ਸਰੋਵਰ ਵੀ ਕਿਹਾ ਹੈ। ਇਸ ਸੰਸਾਰ ਰੂਪੀ ਸਰੋਵਰ ਦੇ ਵਿੱਚ ਭਈਲੇ ਨਿਵਾਸ, ਜੀਵਾਂ ਦਾ ਨਿਵਾਸ ਹੈ। ਇਸ ਸੰਸਾਰ ਸਰੋਵਰ ਦੇ ਵਿੱਚ ਜੀਵਾਂ ਦਾ ਨਿਵਾਸ ਹੈ। ਪਾਣੀ ਪਾਵਕ ਤਿਨਹਿ ਕੀਆ, ਪਰਮਾਤਮਾ ਨੇ ਸਰੋਵਰ 'ਚ ਪਾਣੀ ਦੀ ਥਾਂ 'ਤੇ ਨਾ ਅੱਗ ਪਾਈ ਹੋਈ ਹੈ। ਅੱਗ ਇੱਥੇ ਕੀ ਭਾਵ ਹੈ? ਤ੍ਰਿਸ਼ਨਾਵਾਂ ਦੀ ਅੱਗ। ਭਾਵੇਂ ਸੰਸਾਰ ਦੇ ਵਿੱਚ ਤ੍ਰਿਸ਼ਨਾਵਾਂ ਹੀ ਤ੍ਰਿਸ਼ਨਾਵਾਂ ਹਨ, ਇੱਛਾਵਾਂ ਹੀ ਇੱਛਾਵਾਂ ਹਨ, ਅਤੇ ਤ੍ਰਿਸ਼ਨਾ ਨੂੰ ਅੱਗ ਕਿਹਾ ਗਿਆ ਹੈ। ਜਿਵੇਂ ਅੱਗ ਸਾੜਦੀ ਹੈ ਨਾ, ਸਾਡੀਆਂ ਤ੍ਰਿਸ਼ਨਾਵਾਂ ਵੀ ਸਾਨੂੰ ਸਾੜਦੀਆਂ ਰਹਿੰਦੀਆਂ ਨੇ, ਪੂਰੀਆਂ ਹੁੰਦੀਆਂ ਨਹੀਂ, ਅਸੀਂ ਦੁਖੀ ਹੁੰਦੇ ਰਹਿੰਦੇ ਹਾਂ। ਇੱਛਾ ਪੁੱਤਰ ਦੀ ਸੀ, ਪਹਿਲੀ ਲੜਕੀ ਹੋ ਗਈ, ਹਾਏ ਹੋਏ। ਫਿਰ ਇੱਛਾ ਪੁੱਤਰ ਦੀ ਰੱਖੀ, ਦੂਜੀ ਫਿਰ ਲੜਕੀ ਹੋ ਗਈ। ਫਿਰ ਇੱਛਾ ਪੁੱਤਰ ਦੀ ਰੱਖੀ, ਤੀਜੀ ਫਿਰ ਲੜਕੀ ਹੋ ਗਈ ਹੈ। ਫਿਰ ਕਹਿੰਦੇ ਕਿਤੇ ਚੌਥੀ ਵੀ ਨਾ ਹੋ ਜਾਏ, ਇੰਨੀਆਂ ਨੂੰ ਕੌਣ ਸੰਭੇ ਕੇ ਰਹਿ ਨਹੀਂ ਦਿਓ। ਹੋਰ ਇੱਛਾ ਸੀ ਕਿ ਪੁੱਤਰ ਹੋਵੇ, ਇਸ ਇੰਨੇ ਸਾਲ ਦੁਖੀ ਹੋਈ ਗਿਆ। ਲੜਕੀਆਂ ਕਿਹੜੇ ਇੱਕੋ ਸਾਲ 'ਚ 3 ਹੋ ਗਈਆਂ ਨੇ, 2-2, 3-3 ਸਾਲ ਦੇ ਗੈਪ ਤੋਂ ਬਾਅਦ ਹੁੰਦੀਆਂ। ਕਿੰਨੇ ਸਾਲ ਲੱਗ ਗਏ 3 ਲੜਕੀਆਂ, ਇੰਨੇ ਸਾਲ ਔਖੇ ਹੀ ਹੋਈ ਗਿਆ ਵੀ ਪੁੱਤਰ ਹੋਵੇ, ਪੁੱਤਰ ਹੋਵੇ। ਉਹ ਹੋਇਆ ਨਹੀਂ ਹੈ, ਦੁਖੀ ਹੋਈ ਗਿਆ। ਇਸ ਤਰ੍ਹਾਂ ਇਹ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਹੀ ਅਸੀਂ ਸਾਰੇ ਹਾਂ, ਅਤੇ ਪਾਣੀ ਦੀ ਥਾਂ 'ਤੇ ਇਹਦੇ ਤ੍ਰਿਸ਼ਨਾਵਾਂ ਦੀ ਅੱਗ ਹੈ। ਪੰਕਜ ਮੋਹ ਪਗ ਨਹੀਂ ਚਾਲੈ। ਪੰਕਜ ਚਿੱਕੜ ਨੂੰ ਕਹਿੰਦੇ ਨੇ, ਮੋਹ ਕਾਹਦਾ ਚਿੱਕੜ ਹੈ? ਮੋਹ ਦਾ। ਮੋਹ ਨੂੰ ਚਿੱਕੜ ਕਿਹਾ ਗਿਆ ਹੈ। ਜਿਵੇਂ ਆਪਾਂ ਚਿੱਕੜ 'ਚ ਵੜ ਜੇ ਪੈਰ ਫਿਸਲੀ ਜਾਂਦਾ ਹੈ, ਅੱਗੇ ਤੁਰਨਾ ਬੜਾ ਔਖਾ ਹੁੰਦਾ ਹੈ। ਇਸ ਤਰ੍ਹਾਂ ਜਦੋਂ ਬੰਦਾ ਮੋਹ 'ਚ ਫਸ ਜਾਂਦਾ ਨਾ, ਉਹਦੇ ਨਿਕਲਣਾ ਬੜਾ ਔਖਾ ਹੈ। ਫਿਰ ਹੀ ਰੱਬ ਦਾ ਨਾਮ ਜਪ ਹੁੰਦਾ। ਕੋਈ ਮਾਇਆ ਦੇ ਮੋਹ 'ਚ ਹੈ, ਕੋਈ ਬਾਲ ਬੱਚਿਆਂ ਦੇ ਮੋਹ ਦੇ ਵਿੱਚ ਹੈ, ਕੋਈ ਕਿਸੇ ਮੋਹ 'ਚ ਹੈ, ਕੋਈ ਕਿਸੇ ਮੋਹ 'ਚ ਹੈ।
ਉਹ ਮੋਹ 'ਚੋਂ ਨਿਕਲ ਨਹੀਂ ਸਕਦਾ ਕਿਉਂਕਿ ਚਿੱਕੜ ਹੈ। ਮੋਹ ਨੂੰ ਚਿੱਕੜ ਕਿਹਾ ਗਿਆ। ਪੰਕਜ ਮਨੇ ਚਿੱਕੜ, ਮੋਹ ਦਾ ਚਿੱਕੜ ਹੈ। ਪੱਗ ਨਹੀਂ ਚੱਲੇ, ਪੈਰ ਚੱਲ ਨਹੀਂ ਰਿਹਾ, ਕਿੱਧਰ ਨੂੰ? ਰੱਬ ਵਾਲੇ ਪਾਸੇ ਨੂੰ। ਇਹ ਰੱਬ ਵਾਲੇ ਪਾਸੇ ਨੂੰ ਪੈਰ ਨਹੀਂ ਜਾਂਦੇ। ਇਹ ਗੁਰਦੁਆਰੇ ਨੂੰ ਬਹੁਤ ਘੱਟ ਆਉਂਦੇ ਪੈਰ, ਬਾਜ਼ਾਰਾਂ ਨੂੰ, ਠੇਕਿਆਂ ਨੂੰ ਰੋਜ਼ ਤੁਰੇ ਜਾਂਦੇ ਨੇ। ਲਾਕਡਾਊਨ ਦੇ ਵੇਲੇ ਜਦੋਂ ਸਰਕਾਰ ਨੇ ਖੋਲ੍ਹਤਾ, ਠੇਕੇ ਖੋਲ੍ਹਤੇ ਜੀ, ਇੱਕ 5 ਵਜੇ ਸਵੇਰ ਇੱਕ ਸਰਦਾਰ ਕੱਛਾ ਜਿਹਾ ਪਾ ਕੇ, ਕੋਈ ਗੋਡੇ ਤੱਕ ਜਿਹੜੀ ਨਿੱਕਰ ਜਿਹੀ ਹੁੰਦੀ ਹੈ, ਹੁਣ ਤਾਂ ਰਿਵਾਜ਼ ਹੀ ਨਹੀਂ ਰਿਹਾ ਪਜਾਮੇ ਪਜੂਮੇ ਪਾਉਣ ਦਾ, ਨਿੱਕਰਾਂ ਜਿਹੀਆਂ ਨਾਲ ਹੀ ਫਿਰੀ ਜਾਂਦੇ ਹਨ ਜੀ। ਅਤੇ ਇੱਕ ਦਿਨ ਮੈਂ ਤ੍ਰਿਪੜੀ 'ਚ ਲੰਘ ਰਿਹਾ, ਇੱਕ ਬੀਬੀ ਨੇ ਬਨੈਣ ਪਾਈ ਹੋਈ ਹੈ, ਉਹਨੇ ਗੋਡਿਆਂ ਤੱਕ ਵੀ ਨਹੀਂ ਕੱਛਾ, ਉਹ ਪੱਟਾਂ ਤੱਕ ਉਹਨੇ ਕੱਛਾ ਜਿਹਾ ਪਾ ਕੇ ਫਿਰ ਰਹੀ। ਮੈਂ ਠੀਕ ਮੌਜਾਂ ਹੋ ਗਈਆਂ ਜੀ। ਫਰਾਂਸ 'ਚ ਸੁਣਿਆ ਸੀ ਵੀ ਉੱਥੇ 1.5 ਕੱਪੜਾ ਪਾਉਂਦੇ ਕੁੱਲ। ਸਾਡੇ ਤਾਂ ਜ਼ਮਾਨੇ ਪਿੱਛੇ ਸੀ, ਹਜੇ 7 ਕੱਪੜੀ ਅੱਗ ਲੱਗ ਗਏ ਉਹਦੇ, 7 ਕੱਪੜੇ ਪਾਉਂਦੇ ਸੀ। ਅਤੇ ਜੇ ਫਰਾਂਸ ਬਾਰੇ ਪੜ੍ਹਿਆ, ਕਹਿੰਦੇ ਉੱਥੇ ਕੱਪੜੇ 1.5 ਪਾਉਂਦੇ ਨੇ। ਪਾਈਆ ਕੋਈ ਕੱਪੜਾ ਲੱਕ 'ਤੇ ਅਤੇ ਪਾਈਆ ਕੋਈ ਛਾਤੀ 'ਤੇ, ਬਸ ਇੰਨਾ ਕੁ, ਅੱਧੇ ਕੁ ਮੀਟਰ ਜੀ ਸਾਰਾ ਸਾਰ ਦੇ, ਬਾਕੀ ਸਾਰਾ ਸਰੀਰ ਨੰਗਾ। ਇੱਕ ਵਾਰੀ ਫਰਾਂਸ 'ਚ ਅਲਫ ਨੰਗੀ ਜਨਾਨੀ ਬਾਜ਼ਾਰ 'ਚ ਫਿਰੀ ਜਾਵੇ, ਪੁਲਿਸ ਵਾਲੇ ਰੋਕ ਲਏ ਕਿ ਤੁਸੀਂ ਕੌਣ ਮੈਨੂੰ ਰੋਕਣ ਵਾਲੇ, ਕਿੱਥੇ ਕਾਨੂੰਨ ਹੈ, ਲਿਓ ਮੈਨੂੰ ਵਿਖਾਓ ਕਿੱਥੇ ਕਾਨੂੰਨ ਹੈ, ਮੈਂ ਨੰਗੀ ਨਹੀਂ ਫਿਰ ਸਕਦੀ। ਲੈ ਕਿਆ ਕਰੇ, ਕਾਨੂੰਨ ਤਾਂ ਹੈ ਨਹੀਂ ਕੋਈ। ਉਹ ਜਾ ਬਾਬਾ ਜਾ, ਤੂੰ ਕਿਆ ਕਰੇ। ਇਹ ਵੀ ਤਾਂ ਇੱਕ ਚਿੱਕੜ ਹੀ ਹੈ। ਬੰਦਾ ਇਸੇ 'ਚ ਹੀ ਲੱਗਾ ਹੋਇਆ, ਰੱਬ ਦਾ ਨਾਂ ਕਦੋਂ ਲਏਗਾ? ਰੱਬ ਦਾ ਨਾਂ ਮੋਹ ਦਾ ਚਿੱਕੜ ਹੈ, ਇਹ 'ਚ ਪੈਰ ਹੈ, ਪਰਮਾਤਮਾ ਵਾਲੇ ਪਾਸੇ ਨੂੰ ਚੱਲਦੇ ਹੀ ਨਹੀਂ ਹੈਗੇ। ਅਤੇ ਜੇ ਕਦੇ ਗੁਰਦੁਆਰੇ ਜਾਂਦਾ ਉਹ ਤਾਂ ਲੰਗਰ ਦੇ ਖਿਆਲ ਨਾਲ ਜਾਂਦਾ ਵੀ ਚਲੋ ਅਸੀਂ ਯਾਰ ਕਿੱਥੇ ਘਰ ਪਕਾਵਾਂਗੇ, ਉਸੇ ਚੱਲਦੇ 40-50 ਰੁਪਏ ਦੇ ਲੰਗਰ ਛਕ ਆਉਂਦੇ, 1 ਰੁਪਏ ਮੱਥਾ ਟੇਕੋ ਚਾਹੇ ਨਾ ਟੇਕੋ। ਦਿੱਲੀ ਕਿਹੜਾ ਸੀਸਗੰਜ ਗੁਰਦੁਆਰਾ ਸਾਹਿਬ ਹੈ, ਉੱਥੇ ਨਾ ਕੀਰਤਨੀਆਂ ਦੇ ਅਗਲੇ ਪਾਸੇ ਨਹੀਂ ਪਿਛਲੇ ਪਾਸੇ ਸ਼ੀਸ਼ੇ ਦੀ ਕੈਬਨ ਇੱਕ ਰੱਖੀ ਹੋਈ ਹੈ, ਉਹ 'ਚ ਮੋਹਰੇ ਰੱਖੀ ਗੋਲਕ ਰੱਖੀ ਹੈ ਵੀ ਕੀਰਤਨੀਆਂ ਨੂੰ ਜਿਨ੍ਹਾਂ ਨੇ ਮਾਇਆ ਦੇਣੀ ਹੈ ਉਹਨੇ ਆਵਾਜ਼ 'ਤੇ ਨਹੀਂ ਰੱਖਣੀ, ਅੱਗੇ ਨਹੀਂ ਰੱਖਣੀ, ਇਹ ਗੋਲਕ 'ਚ ਪਾਣੀ ਹੈ। ਉਹ ਪੁੱਛਿਆ ਵੀ ਕਿਉਂ? ਕਹਿ ਜੀ ਲੋਕ ਅੱਗੇ ਕੀ ਕਰਦੇ ਨੇ, 10 ਰੁਪਏ ਮੱਥਾ ਟੇਕਦੇ ਨੇ, ਐਂ ਕਰਕੇ 50 ਰੁਪਏ ਕੋਈ ਚੱਕ ਲੈਂਦੇ। ਕੀਰਤਨੀ ਵਿਚਾਰੇ ਕੀਰਤਨੀ ਬੋਲ ਤਾਂ ਸਕਦੇ ਨਹੀਂ, ਉਹ ਵੀ ਤੂੰ ਸਾਡੇ ਪੈਸੇ ਚੱਕੀ ਜਾਂਦਾ। ਕਹਿੰਦੇ ਪ੍ਰਬੰਧਕਾਂ ਨੇ ਦੁਖੀ ਹੋ ਕੇ ਐਂ ਕਰਤਾ ਵੀ ਭਾਈ ਪਿਛਲੇ ਪਾਸੇ ਜਾਓ, ਉੱਥੇ ਗੋਲਕ 'ਚ ਪਾ ਦਿਓ। ਅਤੇ ਕਿਉਂ ਅਗਲੀ ਜਿਹੜੀ ਗੋਲਕ ਹੈ ਉਹ ਤਾਂ ਗੁਰਦੁਆਰਾ ਸਾਹਿਬ ਦੀ ਹੈ, ਅਤੇ ਕੀਰਤਨੀ ਦੀ ਗੋਲਕ ਹੈ ਵੀ ਉੱਥੇ ਪਾ ਦਿਓ ਤੁਸੀਂ, ਤਾਂ ਜੋ ਕੋਈ ਵਿੱਚੋਂ ਚੱਕ ਨਾ ਸਕੇ। ਨਹੀਂ ਇਹ ਵੀ ਹਾਲ ਹੈ। ਇਹ ਫਿਰ ਕਾਹਦਾ ਚਿੱਕੜ ਹੈ? ਮੋਹ ਦੇ ਚਿੱਕੜ ਹੈ, ਮਾਇਆ ਨਾਲ ਮੋਹ ਹੈ ਵੀ ਇਕੱਠੀ ਕਰ ਲਓ ਇਸ ਨੂੰ। ਇਹ ਮੋਹ ਹੈ, ਚਿੱਕੜ ਹੈ, ਇਸ 'ਚ ਪੈਰ ਜਿਹੜਾ ਪਰਮਾਤਮਾ ਵਾਲੇ ਪਾਸੇ ਨੂੰ ਨਹੀਂ ਚੱਲਦਾ। ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹ ਡੂਬੀ ਵਾਲੇ, ਤਹ ਮੈਨੇ ਤਹਾਂ, ਹਿੰਦੀ ਦਾ ਸ਼ਬਦ ਹੈ ਤਹਾਂ ਪੂਰਾ, ਉੱਥੇ। ਜਿਵੇਂ ਜਹਾਂ, ਕਹਾਂ, ਤਹਾਂ 3 ਸ਼ਬਦ ਨੇ। ਜਹਾਂ ਮੈਨੇ ਜਿੱਥੇ, ਕਹਾਂ ਮੈਨੇ ਕਿੱਥੇ, ਤਹਾਂ ਮੈਨੇ ਉੱਥੇ। ਉਸ ਤੋਂ ਛੋਟੇ ਸ਼ਬਦ ਬਣਾਏ ਨੇ ਜਹ, ਕਹ, ਤਹ। ਇਹ ਤਹਾਂ ਦਾ ਛੋਟਾ ਰੂਪ ਹੈ ਤਹ, ਉੱਥੇ। ਹਮ ਦੇਖਾ ਤਹ ਡੁੱਬੀਏ, ਅਸੀਂ ਦੇਖਿਆ ਲੋਕ ਉਸ ਮੋਹ ਦੇ ਚਿੱਕੜ 'ਚ ਡੁੱਬ ਰਹੇ ਨੇ। ਹਾਂਜੀ, ਉਹ 'ਚੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ, ਸਗੋਂ ਉਹਦੇ ਵਿੱਚ ਹੋਰ ਡੁੱਬ ਰਹੇ ਹਨ। ਮੋਹ 'ਚ ਫਸ ਗਈ ਦੁਨੀਆ, ਮੋਹ 'ਚ ਬਾਹਰ ਨਿਕਲਣਗੇ ਤਾਂ ਹੀ ਰੱਬ ਦਾ ਨਾਮ ਜਪਣਗੇ ਨਾ। ਹਾਂਜੀ, ਮਨ ਏਕ ਨ ਚੇਤਸ ਮੂੜ ਮਨਾ, ਹੇ ਮੂਰਖ ਮਨਾ, ਤੂੰ ਇੱਕ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਹੈ। ਆਇਆ ਤੂੰ ਨਾਮ ਜਪਣ ਹੈ। ਮਨੁੱਖ ਨੂੰ ਤਾਂ ਸਿਰਫ ਮਨੁੱਖਾ ਜੀਵਨ ਇਸ ਲਈ ਦਿੱਤਾ ਕਿ ਤੂੰ ਮੇਰੇ ਜਾ ਕੇ ਨਾਮ ਜਪਣਾ। ਇਹ ਨਾਮ ਨਹੀਂ ਜਪਦਾ, ਹੋਰ ਕੰਮ ਕਰਦਾ ਰਹਿੰਦਾ। ਫਿਰ ਜਿਹੜਾ ਹੈ ਜਮਦੂਤ ਜਿਉਂ ਲੱਗਦੇ ਨੇ ਕੁੱਟਣਾ, ਇੱਥੋਂ ਹੀ ਸ਼ੁਰੂ ਕਰ ਦਿੰਦੇ ਨੇ, ਇੱਥੋਂ ਹੀ ਸ਼ੁਰੂ ਕਰਦੇ ਕੁੱਟਣਾ। ਉਹਨਾਂ ਕੋਲ ਜਾਂ ਰੱਸਾ ਹੁੰਦਾ ਜਾਂ ਸੰਗਲ ਹੁੰਦਾ। ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਵੱਡਾ ਹੋਇਆ ਮੈਨੇ ਮਰ ਗਿਆ। ਇਹ ਦੁਨੀਆਦਾਰ ਜਿਹਨੇ ਨਾਮ ਨਹੀਂ ਜਪਿਆ ਮਰ ਗਿਆ। ਜਮਦੂਤ ਆਏ, ਉਹਨੇ ਗਲ 'ਚ ਸੰਗਲ ਪਾ ਲਿਆ। ਇੱਕ ਨੇ ਸੰਗਲ ਪਾ ਕੇ ਅੱਗੋਂ ਫੜ ਲਿਆ, ਦੂਜੇ ਕੋਲ ਠੇਂਗਾ ਸੀ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। 14 ਕਿਲੋ ਭਾਰੇ ਡੰਡੇ ਨੂੰ ਠੇਂਗਾ ਕਹਿੰਦੇ।
ਉਹਦੇ ਨਾਲ ਫਿਰ ਕੁਟਾਪਾ ਕਰ ਦੇਵੇ, ਛੇਤੀ ਤੁਰ। ਫਿਰ ਪਤਾ ਲੱਗਦਾ ਵੀ ਹਾਂ ਨਾਮ ਜਪਣਾ ਸੀ, ਉਹ ਤਾਂ ਜਪਿਆ ਨਹੀਂ, ਹੁਣ ਗੱਲ ਬਣਦੀ ਕੋਈ ਨਹੀਂ। ਹੁਣ ਤਾਂ ਬੀਜਿਆ ਹੋਇਆ ਉਗਦਾ ਨਹੀਂ ਹੈ। ਜੋ ਇੱਕ ਕਹਿੰਦਾ ਜੀ ਮੈਂ ਉਦੋਂ ਨਾਮ ਜਪ ਲਾਂਗਾ ਵੀ ਜਦੋਂ ਮੈਨੂੰ ਡੰਡਾ ਮਾਰੇ, ਮੈਂ ਕਿਹਾ ਵਾਹਿਗੁਰੂ, ਮੈਂ ਕਿੱਥੇ, ਉਹ ਤੂੰ ਬਾਂਹ ਕਰੀ, ਤੈਨੂੰ ਵਾਹਿਗੁਰੂ ਯਾਦ ਹੀ ਨਹੀਂ ਆਉਣਾ। ਜੇ ਮੈਂ ਪੁਲਿਸ ਵਾਲੇ ਕੁੱਟਦੇ ਨਹੀਂ ਗਿਆ, ਵਾਹਿਗੁਰੂ ਯਾਦ ਆਉਂਦਾ ਕਿਤੇ? ਹਾਏ ਮਾਪੇ ਮਰ ਗਏ ਹੋਏ, ਨਾ ਮਾਰੇ ਹੋਏ, ਨਾ ਆਪਣਾ ਐਂ ਤਰਲੇ ਕੱਢੀ ਜਾਂਦੇ, ਉਦੋਂ ਕਿੱਥੇ ਵਾਹਿਗੁਰੂ ਨਿਕਲਦਾ ਮੂੰਹੋਂ। ਜਮਦੂਤਾਂ ਨੂੰ ਵੇਖ ਕੇ ਹੋਸ਼ ਉੱਡ ਜਾਂਦੇ ਨੇ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਹੱਡੀਆਂ ਕੜਕਾ ਕੜਕਾ ਕੇ ਜਿੰਦ ਕੱਢ ਕੇ ਅਗਲੇ ਲੈ ਜਾਂਦੇ। ਇਹ ਜਾਣਾ ਚਾਹੁੰਦਾ ਨਹੀਂ ਹੈਗਾ, ਮੋਹ ਹੈ ਨਾ, ਜਾਣਾ ਚਾਹੁੰਦਾ ਨਹੀਂ। ਉਹ ਕਹਿੰਦੇ ਕੋਈ ਨਹੀਂ, ਜਾਂਦਾ ਕਿਵੇਂ ਨਹੀਂ ਤੂੰ ਹੈਗਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨ ਏਕ ਨਾ ਚੇਤਸ ਮੂੜ ਮਨਾ, ਹੇ ਮੂਰਖ ਮਨਾ, ਤੂੰ ਉਸ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਹਰ ਬਿਸਰ ਤੇਰੇ ਗੁਣ ਗਲਿਆ। ਤੂੰ ਗੁਣ ਲੈ ਕੇ ਆਇਆ ਸੀ ਸੰਸਾਰ 'ਚ ਨਾਲ, ਪਰ ਰੱਬ ਦਾ ਨਾਮ ਨਹੀਂ ਜਪਿਆ ਸੀ, ਤੇਰੇ ਗੁਣ ਖਤਮ ਹੋ ਗਏ। ਜੇ ਤਾਂ ਨਾਮ ਜਪਦੇ ਰਹਾਂਗੇ, ਗੁਣਾਂ 'ਚ ਵਾਧਾ ਹੁੰਦਾ ਜਾਏਗਾ, ਔਗਣ ਖਤਮ ਹੁੰਦੇ ਜਾਣਗੇ। ਜੇ ਨਾਮ ਨਹੀਂ ਜਪਾਂਗੇ, ਗੁਣ ਖਤਮ ਹੋ ਜਾਣੇ, ਔਗਣ ਵੱਧਦੇ ਜਾਣਗੇ। ਹਰ ਇੱਕ ਇਨਸਾਨ ਜਦੋਂ ਪੈਦਾ ਹੋਇਆ ਸੀ, ਉਸ 'ਚ ਗੁਣ ਵੀ ਨੇ, ਔਗਣ ਵੀ ਨੇ। ਕੋਈ ਵੀ ਐਸਾ ਇਨਸਾਨ ਤੁਹਾਨੂੰ ਨਹੀਂ ਮਿਲੇਗਾ ਜਿਸ 'ਚ ਕੋਈ ਔਗਣ ਨਾ ਹੋਵੇ ਜਾਂ ਕੋਈ ਗੁਣ ਨਾ ਹੋਵੇ। ਡਾਕੂਆਂ 'ਚ ਵੀ, ਚੋਰਾਂ 'ਚ ਵੀ, ਲੁਟੇਰਿਆਂ 'ਚ ਵੀ, ਠੱਗਾਂ 'ਚ ਵੀ, ਬਦਮਾਸ਼ਾਂ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ। ਅਤੇ ਜਿਹੜੇ ਬਹੁਤ ਆਪਣੇ ਆਪ ਨੂੰ ਚੰਗੇ ਕਹਿੰਦੇ, ਇਹਨਾਂ 'ਚ ਕੋਈ ਨਾ ਕੋਈ ਔਗਣ ਹੁੰਦਾ। ਮਨੁੱਖ 'ਚ ਗੁਣ ਔਗਣ 'ਚ ਆਉਂਦੇ ਨੇ। ਭਜਨ ਬੰਦਗੀ ਕਰੀ ਜਾਓ, ਗੁਣਾਂ 'ਚ ਵਾਧਾ ਹੋਈ ਜਾਏਗਾ, ਔਗਣ ਘਟਦੇ ਜਾਣਗੇ। ਨਹੀਂ ਭਜਨ ਬੰਦਗੀ ਕਰੋਗੇ, ਔਗਣਾਂ 'ਚ ਵਾਧਾ ਹੋਈ ਜਾਏਗਾ, ਗੁਣ ਘਟੀ ਜਾਣਗੇ। ਉਹ ਜਿਉਂ-ਜਿਉਂ ਗੁਣ ਘਟੀ ਜਾਣਗੇ, ਔਗਣ ਵਧੀ ਜਾਣਗੇ, ਫਿਰ ਮੁਸੀਬਤ ਖੜੀ ਹੋ ਜਾਏਗੀ ਕੋਈ ਨਾ ਕੋਈ। ਨਾ ਹੂੰ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨ, ਜਿਨ ਤੂੰ ਨਾਹੀਂ ਵਿਸਰਿਆ। ਨਾ ਹੋ ਜਤੀ, ਜਤੀ ਹੁੰਦਾ ਉੱਚੇ ਆਚਰਣ ਵਾਲਾ। ਕਈ ਜਤੀ ਸਤੀ ਹੁੰਦੇ ਨੇ। ਸਤੀ ਹੁੰਦਾ ਸਤਵਾਦੀ, ਸਤ ਦੇ ਅਨੁਸਾਰ ਚੱਲਣ ਵਾਲੇ। ਆਪਾਂ ਦੇ ਕੂੜਵਾਦੀ ਹਨ, ਝੂਠ ਅਨੁਸਾਰ ਚੱਲਦੇ ਹਾਂ। 5-5 7-7 ਮਿੰਟਾਂ ਬਾਅਦ ਝੂਠ ਬੋਲਦੇ ਹਾਂ, ਕਿਉਂਕਿ ਇਹ ਕਲਯੁਗ ਹੈ। ਇੱਥੇ ਝੂਠ ਬੋਲੇ ਬਿਨਾਂ ਸਰਦੇ ਹੀ ਨਹੀਂ ਹੈਗਾ। ਇੱਥੇ ਝੂਠ ਬੋਲੇ ਬਿਨਾਂ ਸਰਦੇ ਨਹੀਂ। ਆਹ ਦੋਧੀ ਨੂੰ ਕਹੋ ਜੀ ਇਹ ਦੁੱਧ ਖਰਾ ਨਾ, ਬਿਲਕੁਲ ਖਰਾ ਹੈ ਜੀ, ਹਾਲਾਂਕਿ ਪਾਣੀ ਪਾਇਆ ਹੁੰਦਾ। ਖਰੇ ਦੇ ਪੈਸੇ ਲੈ ਕੇ ਪਾਣੀ ਪਾਉਂਦੇ ਨੇ। 99% ਦੁੱਧ ਵਿੱਚ ਨਾਲੇ ਪਾਣੀ ਪਾਉਂਦੇ ਵਿੱਚ। ਉਂਝ 60 ਰੁਪਏ ਹੈ ਜੀ, ਇਹ ਖਰਾ ਜੀ ਬਿਲਕੁਲ। ਇਹ 70 ਰੁਪਏ ਜੀ। ਇੱਕ ਨੂੰ ਮੈਂ ਕਿਹਾ ਭਾਈ ਮੈਨੂੰ ਨਾ ਗਊ ਦਾ ਦੁੱਧ ਐਲਰਜੀ ਕਰਦਾ, ਮੈਨੂੰ ਮੱਝ ਦਾ ਦੁੱਧ ਚਾਹੀਦਾ। ਕਹਿੰਦੇ ਮਿਲ ਜਾਏਗਾ ਜੀ। 1 ਮਹੀਨਾ ਤਾਂ ਦਿੱਤਾ ਚੱਜ ਦਾ, ਉਹਦੇ ਬਾਅਦ ਪਾਣੀ ਪਾ ਕੇ ਦੇਣਾ ਸ਼ੁਰੂ ਕਰਤਾ। ਦੱਸ, ਪੈਸੇ 60 ਰੁਪਏ ਦੇ ਹਿਸਾਬ ਨਾਲ ਲੈਣੇ ਨੇ, ਪਾਣੀ ਪਾਉਣਾ ਸ਼ੁਰੂ ਕਰਤਾ। ਮੈਂ ਬੰਦ ਕਰਤਾ। ਮੈਂ ਇਹਦਾ ਕੀ ਪੀਣਾ? ਇਹ ਹਾਲ ਹੈ ਮਨੁੱਖ ਦਾ। ਹਾਂਜੀ, ਇਹ ਸਤਵਾਦੀ ਕੋਈ ਨਹੀਂ, ਇਹ ਕੂੜਵਾਦੀ ਹੈ, ਝੂਠਵਾਦੀ ਹੈ, ਪਤਾ ਨਹੀਂ ਕੀ ਵਾਦੀ ਹੈ। ਹਾਂਜੀ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ। ਫਿਰ ਕਹਿਣਗੇ ਸਾਡੀ ਮੱਝ ਦੀ ਜੀ, ਸਾਡੇ ਮੱਝ ਦੇ ਜੀ ਥਣ ਮਾਰਿਆ ਗਿਆ। ਮੈਂ ਹਾਂ, ਹੋਰ ਪਾ ਲਓ ਪਾਣੀ, ਹੋਰ ਪਾਣੀ ਪਾਓ, ਥਣ ਮਾਰਿਆ ਗਿਆ। ਇਹ ਬਿਮਾਰ ਹੋ ਗਏ ਜੀ। ਹਾਂ, ਹੋਰ ਕਰੋ ਗੜਬੜੀਆਂ। ਪੁੱਠੇ ਜਿਹੇ ਕੰਮ ਕਰੀ ਜਾਣੇ। ਫਿਰ ਕਿ ਸਾਡੇ ਪਸ਼ੂ ਤੰਦਰੁਸਤ ਰਹਿਣ ਜੀ। ਆਉਂਦੇ ਮੇਰੇ ਕੋਲ ਬਥੇਰਿਆਂ ਦੇ ਅਰਦਾਸਾਂ ਕਰਾਉਣ। ਨਾ ਹੋ ਜਤੀ ਸਤੀ ਨਹੀਂ ਪੜ੍ਹਿਆ। ਨਾ ਮੈਂ ਜਤੀ ਹਾਂ, ਨਾ ਮੈਂ ਉੱਚੇ ਆਚਰਨ ਵਾਲਾ ਹਾਂ। ਸਤੀ ਹਾਂ, ਨਾ ਮੈਂ ਸਤਵਾਦੀ ਹਾਂ, ਨਾ ਹੀ ਮੈਂ ਪੜ੍ਹਿਆ ਹੋਇਆ। ਹਾਂਜੀ, ਮੂਰਖ ਮੁਗਦਾ ਜਨਮ ਪਿਆ। ਮੈਂ ਤਾਂ ਮਹਾਮੂਰਖ ਹਾਂ। ਮੂਰਖ ਮੁਗਦਾ ਮਹਾਮੂਰਖ। ਮੇਰਾ ਜਿਹੜਾ ਜੀਵਨ ਹੈ ਇਹ ਤਾਂ ਮਹਾਮੂਰਖਾਂ ਵਾਲਾ ਹੈ। ਪ੍ਰਣਵਤ ਨਾਨਕ ਤਿਨ ਕੀ ਸ਼ਰਨ। ਪ੍ਰਣਵਤ ਹੁੰਦਾ ਬੇਨਤੀ ਕਰਦਾ। ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਤਿਨ ਕੀ ਸ਼ਰਨ, ਅਸੀਂ ਉਸ ਦੀ ਸ਼ਰਨ ਵਿੱਚ ਹਾਂ। ਹੇ ਪਰਮਾਤਮਾ, ਤੂੰ ਸਾਨੂੰ ਉਹਨਾਂ ਦੀ ਸ਼ਰਨ ਵਿੱਚ ਰੱਖ। ਕਿਹਨਾਂ ਦੀ? ਜਿਨ ਤੂੰ ਨਾ ਹੀ ਵਿਸਰਿਆ, ਜਿਨ੍ਹਾਂ ਨੂੰ ਤੂੰ ਕਦੇ ਵਿਸਰਦਾ ਹੀ ਨਹੀਂ। ਹੇ ਪਰਮਾਤਮਾ, ਜਿਨ੍ਹਾਂ ਨੂੰ ਤੂੰ ਕਦੇ ਵਿਸਰਦਾ ਹੀ ਨਹੀਂ, ਤੂੰ ਸਾਨੂੰ ਉਹਨਾਂ ਦੀ ਸ਼ਰਨ ਵਿੱਚ ਰੱਖ। ਇਹ ਬੇਨਤੀ ਕੀਤੀ, ਸਾਨੂੰ ਉਹਨਾਂ ਦੀ ਸ਼ਰਨ 'ਚ ਰੱਖ। ਸੋ ਸਮਾਂ ਹੋ ਗਿਆ, ਬਾਕੀ ਕੱਲ੍ਹ ਨੂੰ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।